ਅੱਖਰਾਂ ਵਿੱਚ ਸਮੁੰਦਰ ਰੱਖਾਂ ਮੈਂ ਇਕਬਾਲ ਪੰਜਾਬੀ ਦਾ, ਝਖੜਾਂ ਵਿੱਚ ਵੀ ਰੱਖ ਦਿੱਤਾ ਏ ਦੀਵਾ ਬਾਲ ਪੰਜਾਬੀ ਦਾ। ਜਿਹੜੇ ਆਖਣ ਵਿੱਚ ਪੰਜਾਬੀ ਵਸਤ ਨਹੀਂ ਤਹਿਜ਼ੀਬ ਨਹੀਂ, ਪੜ੍ਹ ਕੇ ਵੇਖਣ ਵਾਰਸ ਬੁੱਲਾ ਬਾਹੂ ਲਾਲ ਪੰਜਾਬੀ ਦਾ। ਮਾਂ ਬੋਲੀ ਦੀ ਘਰ ਵਿੱਚ ਇੱਜ਼ਤ ਕਮੀ ਜਿੰਨੀ ਵੇਖ ਰਿਹਾ, ਦੇਸ਼ ਪਰਾਏ ਕੀ ਹੋਵੇਗਾ ਖੌਰੇ ਹਾਲ ਪੰਜਾਬੀ ਦਾ। ਸੋ ਸਾਡਾ ਇਹ ਪ੍ਰੋਗਰਾਮ ਸਾਹਿਤ ਦੇ ਅੰਗ ਸੰਗ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਤੇ ਮੈਂ ਹਾਂ ਜੀ ਇਸ ਪ੍ਰੋਗਰਾਮ ਦਾ ਮੇਜ਼ਬਾਨ ਕਮਲਜੀਤ ਸਿੱਧੂ। ਤੁਹਾਡਾ ਸਵਾਗਤ ਹੈ ਸਾਡੇ ਪ੍ਰੋਗਰਾਮ ਦੇ ਵਿੱਚ। ਸਾਹਿਤ ਦੇ ਅੰਗ ਸੰਗ ਪ੍ਰੋਗਰਾਮ ਦੇ ਵਿੱਚ ਅਸੀਂ ਮਾਂ ਬੋਲੀ ਪੰਜਾਬੀ ਦੇ ਬਾਰੇ, ਸਾਹਿਤ ਦੇ ਬਾਰੇ, ਸ਼ਾਇਰਾਂ ਬਾਰੇ, ਅਦੀਬਾਂ ਬਾਰੇ ਗੱਲਬਾਤ ਕਰਦੇ ਹਾਂ। ਤੇ ਅੱਜ ਵੀ ਸਾਡੇ ਇਸ ਪ੍ਰੋਗਰਾਮ ਦੇ ਜਿਹੜੇ ਖਾਸ ਮਹਿਮਾਨ ਨੇ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾਕਟਰ ਭੀਮਿੰਦਰ ਸਿੰਘ ਨੇ, ਜਿਹੜੇ ਕਿ ਸਾਹਿਤਕਾਰ ਨੇ ਔਰ ਖਾਸ ਤੌਰ ਦੇ ਉੱਤੇ ਜਿਹੜੇ ਵਿੱਦਿਆ ਦਾ ਚਾਨਣ ਉਹ ਵੰਡ ਰਹੇ ਨੇ ਵਿਦਿਆਰਥੀਆਂ ਨੂੰ। ਉਹਨਾਂ ਨਾਲ ਅੱਜ ਪੰਜਾਬੀ ਮਾਂ ਬੋਲੀ ਬਾਰੇ ਤੇ ਸਾਹਿਤ ਬਾਰੇ ਅਸੀਂ ਗੱਲ ਕਰਾਂਗੇ ਤੇ ਅਸੀਂ ਉਹਨਾਂ ਦਾ ਕਰਦੇ ਹਾਂ ਸਵਾਗਤ। ਡਾਕਟਰ ਸਾਹਿਬ, ਸਾਡੇ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ। ਤੇ ਸਭ ਤੋਂ ਪਹਿਲਾਂ ਪ੍ਰਵਾਨ ਕਰੋ ਸਤਿ ਸ਼੍ਰੀ ਅਕਾਲ। ਸ਼ੁਕਰੀਆ ਸਿੱਧੂ ਸਾਹਿਬ, ਸਤਿ ਸ਼੍ਰੀ ਅਕਾਲ ਸਭ ਨੂੰ ਜੀ। ਅਸੀਂ ਡਾਕਟਰ ਸਾਹਿਬ ਨਾਲ ਅੱਜ ਇਸ ਵਿਸ਼ੇ ਤੇ ਗੱਲ ਕਰਨੀ ਹੈ ਕਿ ਇੰਨੇ ਵਰਿਆਂ ਦੇ ਵਿੱਚ ਮਾਂ ਬੋਲੀ ਜਿਹੜੀ ਪੰਜਾਬੀ ਹੈ ਉਹਦੇ ਵਿੱਚ ਹਾਲੇ ਤੱਕ ਵੀ ਇੱਕ ਵੱਡਾ ਸੰਘਰਸ਼ ਨੂੰ ਕਰਨਾ ਪੈ ਰਿਹਾ। ਆਪਣੀ ਬੋਲੀ ਲਈ ਜਿਹੜੀ ਹੈ ਸਾਡੀ ਜਿਹੜੀ ਲੜਾਈ ਉਹ ਚੱਲਦੀ ਪਈ ਹੈਗੀ ਹੈ। ਡਾਕਟਰ ਸਾਹਿਬ, ਅਸੀਂ ਗੱਲ ਕਰਾਂਗੇ ਪਹਿਲਾਂ ਤਾਂ ਜਿਹੜੀਆਂ ਬੋਲੀਆਂ ਨੇ ਸਾਡੇ ਮੁਲਕ ਦੀਆਂ ਜੀ, ਉਹਨਾਂ ਚੋਂ ਆਪ ਜੀ ਦੱਸੋ ਵੀ ਇਹ ਕਿੰਨਵਾਂ ਨੰਬਰ ਹੈ ਸਾਡੀ ਬੋਲੀ ਦਾ? ਸਿੱਧੂ ਸਾਹਿਬ, ਮੈਂ ਆਪਣੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਜੀ ਜੀ ਮੈਂ ਸ਼ੁਕਰੀਆ ਅਦਾ ਕਰਾਂਗਾ ਸਿੱਖ ਚੈਨਲ ਦਾ ਕਿ ਤੁਹਾਨੂੰ ਇਸ ਮੁੱਦੇ ਦੇ ਉੱਤੇ ਬਹੁਤ ਜਿਹੜਾ ਅੱਜ ਭਖਵਾਂ ਮੁੱਦਾ ਹੈ ਸਾਡੇ ਪੰਜਾਬੀਆਂ ਦਾ ਹੋਣਾ ਵੀ ਚਾਹੀਦਾ, ਉਹਦੇ ਤੇ ਤੁਸੀਂ ਗੱਲਬਾਤ ਕਰਨ ਦਾ ਮੌਕਾ ਦਿੱਤਾ। ਮੈਂ ਆਪਣੀ ਇਹ ਗੱਲਬਾਤ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਕਰਾਂਗਾ ਕਿਉਂਕਿ 550ਵਾਂ ਪ੍ਰਕਾਸ਼ ਪੁਰਬ ਅਸੀਂ ਉਹਨਾਂ ਦਾ ਮਨਾ ਰਹੇ ਹਾਂ। ਉਹਨਾਂ ਨੇ ਕਿਹਾ ਸੀਗਾ ਕਿ ਜਬ ਲਗ ਦੁਨੀਆ ਰਹੀਆ ਨਾਨਕ ਕਿਛ ਸੁਣੀਆ ਕਿਛ ਕਹੀਆ। ਜੋ ਇੱਕ ਡਾਇਲੌਗ ਦਾ ਸਿਲਸਿਲਾ ਉਹਨਾਂ ਨੇ ਸ਼ੁਰੂ ਕੀਤਾ, 4 ਉਦਾਸੀਆਂ ਉਹਨਾਂ ਨੇ ਕੀਤੀਆਂ, ਵੱਖ-ਵੱਖ ਮੁਲਕਾਂ 'ਚ ਗਏ, ਵੱਖ-ਵੱਖ ਖੇਤਰਾਂ 'ਚ ਗਏ ਔਰ ਇੱਕ ਵੱਖਰੀ ਤਰ੍ਹਾਂ ਦਾ ਜਿਹੜਾ ਉਹਨਾਂ ਨੇ ਸਾਨੂੰ ਡਾਇਲੌਗ ਦਿੱਤਾ, ਸੰਵਾਦ ਦਿੱਤਾ, ਸੰਵਾਦ ਰਚਾਇਆ। ਉਹ ਤੁਸੀਂ ਇਸ ਸਿੱਖ ਚੈਨਲ ਦੇ ਰਾਹੀਂ ਵੱਖ-ਵੱਖ ਲੋਕਾਂ ਦੇ ਨਾਲ, ਵੱਖ-ਵੱਖ ਦਾਨਿਸ਼ਵਰਾਂ ਦੇ ਨਾਲ ਰਚਾ ਕੇ ਉਹਨਾਂ ਦੀਆਂ ਪੈੜਾਂ ਨੂੰ ਦੇ ਵਿੱਚ ਅੱਗੇ ਵਧ ਰਹੇ ਹੋ। ਸੋ ਇਸ ਲਈ ਮੈਂ ਤੁਹਾਡਾ ਬਹੁਤ ਸ਼ੁਕਰੀਆ ਅਦਾ ਕਰਾਂਗਾ। ਜਿੱਥੋਂ ਤੱਕ ਤੁਹਾਡੇ ਸਵਾਲ ਦਾ ਸੰਬੰਧ ਹੈ, ਮੈਂ ਸਿੱਧੂ ਸਾਹਿਬ ਦੱਸਣਾ ਚਾਹੁੰਦਾ ਕਿ ਪੰਜਾਬੀ ਜਿਹੜੀ ਹੈਗੀ ਇਸ ਵੇਲੇ 10ਵੇਂ ਨੰਬਰ ਤੇ ਮੰਨੀ ਜਾਂਦੀ ਹੈ ਕਿਉਂਕਿ ਲਗਭਗ 3 ਕਰੋੜ ਲੋਕ ਇਸ ਪੰਜਾਬ ਦੇ ਵਿੱਚ, ਭਾਰਤੀ ਪੰਜਾਬ ਦੇ ਵਿੱਚ ਵਸਦੇ ਆ। ਲਗਭਗ 9 ਕਰੋੜ ਦੇ ਕਰੀਬ ਪਾਕਿਸਤਾਨੀ ਪੰਜਾਬ ਦੇ ਵਿੱਚ ਲੋਕ ਪੰਜਾਬੀ ਸਾਡੇ ਵਸਦੇ ਆ। ਲਗਭਗ 1 ਕਰੋੜ ਜਿਹੜੇ ਹੈਗੇ ਆ ਸਾਡੇ ਬਾਹਰਲੇ ਮੁਲਕਾਂ ਦੇ ਵਿੱਚ ਪੰਜਾਬੀ ਰਹਿੰਦੇ ਆ ਔਰ ਇਸੇ ਤਰ੍ਹਾਂ 1 ਕਰੋੜ ਦੇ ਕਰੀਬ ਜਿਹੜਾ ਹੈਗਾ ਭਾਰਤ ਤੋਂ ਬਾਹਰ ਜਿਹੜਾ ਹੈਗਾ ਪੰਜਾਬੀ ਵਸਦੇ ਆ। ਸੋ ਕੁੱਲ ਮਿਲਾ ਕੇ ਬਹੁਤ ਵੱਡੀ ਗਿਣਤੀ ਜਿਹੜੀ ਹੈਗੀ ਹੈ ਪੂਰੇ ਦੁਨੀਆ ਦੇ ਵਿੱਚ ਪੰਜਾਬੀਆਂ ਦੀ ਹੈ। ਪਰ ਇਹਦੇ ਬਾਵਜੂਦ ਜਿਵੇਂ ਤੁਸੀਂ ਕਿਹਾ ਸੀਗਾ ਕਿ ਪੰਜਾਬੀ ਨੂੰ ਹਜੇ ਵੀ ਬਹੁਤ ਸੰਘਰਸ਼ਾਂ ਦੀ ਲੋੜ ਪੈ ਰਹੀ ਹੈ। ਪੰਜਾਬੀ ਨੂੰ ਘਰਾਂ ਦੇ ਵਿੱਚ, ਪਰਿਵਾਰਾਂ ਦੇ ਵਿੱਚ, ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ ਔਰ ਯੂਨੀਵਰਸਿਟੀਆਂ ਦੇ ਵਿੱਚ ਜਿਸ ਕਿਸਮ ਦਾ ਦਰਜਾ ਉਹ ਮੰਗ ਕਰਦੀ ਹੈ ਦੇਣ ਦਾ, ਉਹ ਦਰਜਾ ਨਹੀਂ ਦਿੱਤਾ ਜਾ ਰਿਹਾ। ਇਸ ਮੈਨੂੰ ਲੱਗਦਾ ਕਿ ਇਹਦੇ ਬਾਰੇ ਸਾਨੂੰ ਬਹੁਤ ਗੰਭੀਰ ਹੋ ਕੇ ਸੋਚਣ ਦੀ ਲੋੜ ਹੈ। ਜੀ ਜੀ ਹੁਣ ਅਸੀਂ ਗੱਲ ਕਰੀਏ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਜਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ, ਇਹ 3 ਯੂਨੀਵਰਸਿਟੀਆਂ ਪੰਜਾਬ ਦੀ ਜ਼ਮੀਨ ਦੇ ਉੱਤੇ ਨੇ ਤੇ ਪੰਜਾਬ ਦੇ ਬਾਰੇ ਕਿੰਨਾ ਕੁ ਕੰਮ ਇਹਨਾਂ ਦਾ ਜਿੰਨਾ ਹੋਣਾ ਚਾਹੀਦਾ ਉਹਨਾਂ ਹੋ ਨਹੀਂ ਰਿਹਾ ਹੈਗਾ। ਇਹਦੇ ਕਾਰਨ ਕੀ ਰਹੇ ਆ? ਲੋਕ ਸੋਚਦੇ ਆ ਵੀ ਨਹੀਂ ਕੰਮ ਹੋਇਆਗਾ ਔਰ ਹਜੇ ਤੱਕ ਉਹ ਕਹਿੰਦੇ ਇਹ ਪੰਜਾਬੀ ਯੂਨੀਵਰਸਿਟੀ ਦਾ ਕੰਮ ਜਾਂ ਇਹ ਪੰਜਾਬ ਯੂਨੀਵਰਸਿਟੀ ਦਾ ਕੰਮ। ਆਮ ਜਿਹੜੇ ਉਹ ਇਹੀ ਸੋਚੀ ਜਾਂਦੇ। ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਕਹਿਣਾ ਚਾਹਾਂਗਾ ਕਿ ਦੇਖੋ, ਜਿਵੇਂ ਤੁਸੀਂ ਪੰਜਾਬ ਯੂਨੀਵਰਸਿਟੀ ਦੀ ਗੱਲ ਕੀਤੀ ਹੈ, ਪਹਿਲਾਂ ਕਿਸੇ ਵੇਲੇ ਲਾਹੌਰ ਦੇ ਵਿੱਚ ਸਥਾਪਿਤ ਹੋਈ ਯੂਨੀਵਰਸਿਟੀ ਔਰ ਇੱਧਰ ਸਾਡੇ ਕੋਲ ਇਹ ਜਦੋਂ ਆਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਮੈਂ ਉਸ ਯੂਨੀਵਰਸਿਟੀ ਦਾ ਵਿਦਿਆਰਥੀ ਰਿਹਾ ਔਰ ਕਿਉਂਕਿ ਮੈਨੂੰ ਇਹ ਲੱਗਦਾ ਕਿ ਇਹਦੇ ਪਿੱਛੇ ਜਿਹੜੀ ਪੋਲਿਟਿਕਸ ਹੈ, ਸਿਆਸਤ ਹੈ ਯੂਨੀਵਰਸਿਟੀਆਂ ਨੂੰ ਸਥਾਪਿਤ ਕਰਨ ਦੀ ਔਰ ਉੱਥੇ ਪੰਜਾਬੀ ਭਾਸ਼ਾ ਨੂੰ ਲਾਗੂ ਕਰਨ ਦੀ, ਔਰ ਉਹ ਜ਼ਿੰਮੇਵਾਰ ਮੈਂ ਸਮਝਦਾ ਕਿ ਉੱਥੇ ਜਿਹੜਾ ਹੈਗਾ ਪੰਜਾਬੀ ਨੂੰ ਦੂਸਰੇ ਪੱਧਰ ਦਾ ਜਿਹੜਾ ਦਰਜਾ ਦਿੱਤਾ ਗਿਆ, ਲਗਾਤਾਰ ਪਹਿਲਾਂ ਵੀ ਦਿੱਤਾ ਗਿਆ, ਅੱਜ ਵੀ ਦਿੱਤਾ ਜਾ ਰਿਹਾ ਔਰ ਅੱਜ ਇਹ ਹਾਲਾਤ ਹੈ ਪੰਜਾਬੀ ਵਿਭਾਗ ਦੀ ਕਿ ਉੱਥੇ ਮੈਨੂੰ ਲੱਗਦਾ ਕਿ 80% ਜਿਹੜੀਆਂ ਅਸਾਮੀਆਂ ਨੇ ਪੰਜਾਬੀ ਦੀਆਂ ਉਹ ਖਾਲੀ ਪਈਆਂ ਨੇ। ਸੋ ਇਸ ਕਰਕੇ ਜੇ ਬਹੁਤ ਵੱਡੀਆਂ ਜਦੋਂ ਅਸਾਮੀਆਂ ਤੁਹਾਡੇ ਕੋਲ ਖਾਲੀ ਪਈਆਂ ਨੇ, ਤੁਸੀਂ ਕੰਮ ਦੀ ਤਵੱਕੋ ਕਿਵੇਂ ਕਰ ਸਕਦੇ ਆ ਆਪਾਂ ਕਿ ਬੱਚੇ
ਕਿਸ ਤਰ੍ਹਾਂ ਵਿਦਿਆਰਥੀ ਖੋਜਾਰਥੀ ਜਿਨ੍ਹਾਂ ਨੇ ਕੰਮ ਕਰਨਾ ਪੰਜਾਬੀ ਦੇ ਲਈ ਉਹ ਕਿਵੇਂ ਤਿਆਰ ਹੋਣਗੇ ਜਦੋਂ ਪਨੀਰੀ ਤਿਆਰ ਨਹੀਂ ਹੋ ਰਹੀ। ਸੋ ਇਸੇ ਕਰਕੇ ਮੈਨੂੰ ਲੱਗਦਾ ਹੈ ਕਿ ਸਾਨੂੰ ਸਾਡੀਆਂ ਜਿਹੜੀਆਂ ਯੂਨੀਵਰਸਿਟੀਆਂ ਨੇ ਔਰ ਵਿਸ਼ੇਸ਼ ਤੌਰ ਤੇ 90 ਤੋਂ ਬਾਅਦ ਜਿਹੜਾ ਸਾਡਾ ਸਿਲਸਿਲਾ ਵਿਸ਼ਵੀਕਰਨ ਦਾ ਜਿਹਨੂੰ ਅਸੀਂ ਕਹਿੰਦੇ ਸ਼ੁਰੂ ਹੋਇਆ, ਉਸ ਤੋਂ ਬਾਅਦ ਪੰਜਾਬੀ ਭਾਸ਼ਾ ਦੇ ਉੱਤੇ ਖਾਸ ਤੌਰ ਤੇ ਜਿਹੜੀ ਉਚੇਰੀ ਵਿੱਦਿਆ ਹੈ ਪੰਜਾਬੀ ਦੀ, ਉਹਦੇ ਉੱਤੇ ਬਹੁਤ ਵੱਡੇ ਸੰਕਟ ਦੇ ਬੱਦਲ ਜਿਹੜੇ ਨੇ ਛਾਏ ਹੋਏ ਨੇ। ਔਰ ਜਿਹਦੇ ਵਿੱਚ ਸਾਡੇ ਜਿਹੜੇ ਕਾਲਜਿਸ ਸੀਗੇ ਜਿੱਥੇ ਪੰਜਾਬੀ ਦੀ ਵਿੱਦਿਆ ਦਿੱਤੀ ਜਾਂਦੀ ਸੀਗੀ, ਉਹਦੇ ਉੱਤੇ ਸੱਟ ਵੱਜੀ ਹੈ, ਸਕੂਲਾਂ ਦੇ ਉੱਤੇ ਸੱਟ ਵੱਜੀ ਹੈ, ਔਰ ਇਸੇ ਤਰ੍ਹਾਂ ਯੂਨੀਵਰਸਿਟੀਆਂ ਦੇ ਉੱਤੇ ਵੱਡੀ ਸੱਟ ਵੱਜੀ ਹੈ। ਯੂਨੈਸਕੋ ਨੇ ਚਿੰਤਾ ਕੀਤੀ ਹੈਗੀ ਕਿ ਮਾਂ ਬੋਲੀ ਜਿਹੜੀ ਖਾਸ ਤੌਰ ਤੇ ਪੰਜਾਬੀ ਆ ਉਹ ਮਰ ਰਹੀ ਹੈ, ਖੁਰ ਰਹੀ ਹੈ। ਕੀ ਕਹਿਣਾ ਚਾਹੋਗੇ, ਕਿੰਨਾ ਸੱਚ ਹੈ ਇਹਦੇ ਵਿੱਚ? ਇਹਦੇ ਵਿੱਚ ਜੇ ਹਾਲਾਤ ਇਹ ਰਹੇ, ਮੈਂ ਕਹਿਣਾ ਚਾਹੁੰਦਾ ਕਿ ਜੇ ਹਾਲਾਤ ਇਸੇ ਤਰ੍ਹਾਂ ਦੇ ਰਹੇ, ਜੇ ਅਸੀਂ ਅਜੇ ਨਹੀਂ ਸੰਭਲੇ ਪੰਜਾਬੀ ਲੋਕ, ਜੇ ਅਸੀਂ ਪੰਜਾਬੀ ਭਾਸ਼ਾ ਬਾਰੇ, ਪੰਜਾਬੀ ਸੱਭਿਆਚਾਰ ਬਾਰੇ, ਆਪਣੀਆਂ ਜੜ੍ਹਾਂ ਬਾਰੇ ਅਸੀਂ ਚੇਤਨ ਨਹੀਂ ਹੋਏ, ਤਾਂ ਲਾਜ਼ਮੀ ਤੌਰ ਤੇ ਯੂਨੈਸਕੋ ਦੀ ਜਿਹੜੀ ਰਿਪੋਰਟ ਹੈ ਜਿਹਦੇ ਵਿੱਚ ਸ਼ੰਕਾ ਉਹਨਾਂ ਨੇ ਜ਼ਾਹਿਰ ਕੀਤਾ ਕਿ ਆਉਣ ਵਾਲੇ 50 ਸਾਲਾਂ ਦੇ ਵਿੱਚ ਜੇ ਹਾਲਾਤ ਇਦਾਂ ਦੇ ਰਹਿੰਦੇ ਆ ਤਾਂ ਇਹ ਭਾਸ਼ਾ, ਪੰਜਾਬੀ ਭਾਸ਼ਾ ਜਿਹੜੀ ਹੈਗੀ ਹੈ ਖਤਮ ਹੋਣ ਕਿਨਾਰੇ ਚਲੀ ਜਾਏਗੀ। ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਸਾਡੀਆਂ ਭਾਸ਼ਾਵਾਂ ਖਤਮ ਹੋ ਚੁੱਕੀਆਂ ਨੇ ਔਰ ਇਸੇ ਤਰ੍ਹਾਂ ਦਾ ਸ਼ੰਕਾ ਜਿਹੜਾ ਹੈਗਾ ਯੂਨੈਸਕੋ ਨੇ ਜ਼ਾਹਿਰ ਕੀਤਾ, ਕਿਉਂਕਿ ਸਕੂਲਾਂ ਦੇ ਵਿੱਚ ਜਿਸ ਕਿਸਮ ਦੀ ਅੰਗਰੇਜ਼ੀ ਨੂੰ ਥੋਪਿਆ ਜਾ ਰਿਹਾ ਔਰ ਹੁਣ ਤਾਂ ਨਵੀਂ ਜਿਹੜੀ ਸਰਕਾਰ ਨੇ ਲਾਗੂ ਕਰਤਾ ਕਿ ਹਿਸਾਬ ਔਰ ਜਿਹੜੇ ਨੇ ਸਾਇੰਸ ਦੇ ਵਿਗਿਆਨ ਦੇ ਵਿਸ਼ੇ ਜਿਹੜੇ ਨੇ ਉਹ ਵੀ ਅੰਗਰੇਜ਼ੀ 'ਚ ਪੜ੍ਹਾਏ ਜਾਣੇ ਨੇ। ਸੋ ਇਹ ਇਦਾਂ ਦੇ ਹਾਲਾਤ ਰਹੇ ਤਾਂ ਲਾਜ਼ਮੀ ਤੌਰ ਤੇ ਪੰਜਾਬੀ ਨੂੰ ਵੱਡਾ ਖਤਰਾ ਆਉਣ ਵਾਲੇ 50 ਸਾਲਾਂ 'ਚ ਖੜਾ ਹੋਏਗਾ। ਡਾਕਟਰ ਸਾਹਿਬ, ਜਿਹੜੇ ਦਿੱਲੀ ਬੋਰਡ ਦੇ ਸਕੂਲ ਆ, ਕਨਵੈਂਟ ਟਾਈਪ ਦੇ ਸਕੂਲ ਹੈਗੇ ਆ, ਇਹ ਵੀ ਤਾਂ ਇੱਕ ਵੱਡਾ ਰੋਲ ਅਦਾ ਕਰਦੇ ਪਏ ਨੇ ਇਹਨਾਂ ਚੀਜ਼ਾਂ ਦੇ ਵਿੱਚ। ਬਿਲਕੁਲ, ਦੇਖੋ ਜਦੋਂ ਤੋਂ ਪ੍ਰਾਈਵੇਟਾਈਜੇਸ਼ਨ ਸ਼ੁਰੂ ਹੋਈ ਹੈ ਐਜੂਕੇਸ਼ਨ ਦੇ ਵਿੱਚ, ਜਦੋਂ ਤੋਂ ਪ੍ਰਾਈਵੇਟ ਸਕੂਲ ਸ਼ੁਰੂ ਹੋਏ ਨੇ, ਉਦੋਂ ਤੋਂ ਲੈ ਕੇ ਹੁਣ ਤੱਕ ਪੰਜਾਬੀ ਦੇ ਭਾਸ਼ਾ ਦੇ ਵਿੱਚ ਵੱਡੀ ਮਾਰ ਪਈ ਆ, ਕਿਉਂਕਿ ਪ੍ਰਾਈਵੇਟ ਸਕੂਲਾਂ ਨੇ ਜਿਹੜੀਆਂ ਨੇ ਦੁਕਾਨਦਾਰੀਆਂ ਚਲਾਉਣੀਆਂ ਹੁੰਦੀਆਂ ਨੇ, ਉਹਨਾਂ ਨੂੰ ਜਿੱਥੋਂ ਲੱਗਦਾ ਕਿ 4 ਪੈਸੇ ਆ ਰਹੇ ਨੇ, ਉਹਨਾਂ ਨੂੰ ਇਹ ਲੱਗਦਾ ਕਿ ਇਹਨਾਂ ਨੂੰ ਸਾਡੇ ਪੰਜਾਬੀਆਂ ਨੂੰ ਅੰਗਰੇਜ਼ ਬਣਾਓ, ਤੁਸੀਂ ਅੰਗਰੇਜ਼ੀ ਮੀਡੀਅਮ 'ਚ ਪੜ੍ਹਾਓ, ਤਾਂ ਹੀ ਸਾਨੂੰ ਜਿਹੜੇ ਲੋਕ ਇੱਥੇ ਦਾਖਲ ਕਰਾਉਣਗੇ ਸਾਡੇ ਬੱਚੇ। ਸੋ ਉਸ ਪੈਸੇ ਦੀ ਜਿਹੜੀ ਦੌਲਤ ਦੀ ਜਿਹੜੀ ਖੇਡ ਹੈ, ਉਹਦੇ ਵਿੱਚ ਜਦੋਂ ਅਸੀਂ ਪੰਜਾਬੀ ਭਾਸ਼ਾ ਨੂੰ ਲਾਗੂ ਕਰਕੇ ਦੇਖਾਂਗੇ ਤਾਂ ਲਾਜ਼ਮੀ ਤੌਰ ਤੇ ਸਾਡੀ ਜਿਹੜੀ ਭਾਸ਼ਾ ਹੈ ਉਹਦੇ ਉੱਤੇ ਜਿਹੜਾ ਹੈਗਾ ਵੱਡਾ ਸੰਕਟ ਛਾਏਗਾ। ਸੋ ਸਕੂਲਾਂ ਦੇ, ਪ੍ਰਾਈਵੇਟ ਸਕੂਲਾਂ ਦੇ ਵਿੱਚ ਤਾਂ ਇੱਥੋਂ ਤੱਕ ਜਿਹੜਾ ਹੁਣ ਪਿੱਛੇ ਜੇ ਤੁਹਾਨੂੰ ਸੁਣਿਆ ਹੋਏਗਾ ਕਿ ਪੰਜਾਬੀ ਬੋਲਣ ਦੇ ਉੱਤੇ ਸਜ਼ਾ ਦਿੱਤੀ ਜਾਂਦੀ ਹੈ। ਪੰਜਾਬੀ ਜਦੋਂ ਕੋਈ ਨਹੀਂ ਬੋਲਣ ਦਿੱਤੀ ਜਾਂਦੀ ਬੱਚਿਆਂ ਨੂੰ, ਔਰ ਬਿਲਕੁਲ ਔਰ ਸਜ਼ਾਵਾਂ ਦਿੱਤੀਆਂ ਗਈਆਂ ਨੇ ਬਿਲਕੁਲ ਬਹੁਤ ਸਾਰੇ ਸਕੂਲਾਂ ਦੇ ਵਿੱਚ। ਇਹ ਇੱਕ ਖਤਰੇ ਵਾਲੀ ਘੰਟੀ ਜਿਹੜੀ ਹੈਗੀ ਆ, ਮੈਨੂੰ ਲੱਗਦਾ ਹੈ ਪੰਜਾਬੀ ਵਾਸਤੇ ਹੈ। ਇਹ ਭਾਸ਼ਾ ਭਾਗ ਸਾਡੇ ਕੋਲ ਇੱਕ ਅਜਿਹਾ ਅਦਾਰਾ ਹੈ ਪੰਜਾਬ ਦੇ ਵਿੱਚ ਜਿਨ੍ਹਾਂ ਦੀ ਇੱਕ ਕੋਸ਼ਿਸ਼ ਸੀਗੀ ਵੀ ਚਲੋ ਪੰਜਾਬੀ ਜਿਹੜੀਆਂ ਸਾਹਿਤਕ ਕਿਤਾਬਾਂ ਨੇ ਜਾਂ ਪੰਜਾਬੀ ਨੂੰ, ਪੰਜਾਬ ਨੂੰ ਸਾਰੇ ਨੂੰ ਜਿਹੜਾ ਹੈਗਾ ਆ ਉਹ ਸਾਹਿਤ ਨਾਲ ਜੋੜਿਆ ਜਾਵੇ, ਪਰ ਇਹਦੇ ਬਾਵਜੂਦ ਵੀ ਉਹ ਸਾਰੇ ਪੰਜਾਬ ਦੇ ਜਿਹੜੇ ਜ਼ਿਲ੍ਹੇ ਨੇ ਉਹਨਾਂ ਦੇ ਵਿੱਚ ਉਹਨਾਂ ਦੀ ਪਹੁੰਚ ਨਹੀਂ ਹੈਗੀ ਹਾਲੇ ਤੱਕ ਸਾਨੂੰ ਜੋ ਨਜ਼ਰ ਆਇਆ ਹੈਗਾ। ਤੇ ਭਾਸ਼ਾ ਭਾਗ ਇਸ ਮਾਮਲੇ 'ਚ ਕਿੱਥੇ ਖੜਾ ਹੈ? ਭਾਸ਼ਾ ਵਿਭਾਗ ਨੇ ਬਹੁਤ ਕੰਮ ਕੀਤਾ ਹੈ ਕਿਸੇ ਵੇਲੇ। ਡਾਇਰੈਕਟਰ ਗਿਆਨੀ ਲਾਲ ਸਿੰਘ ਜੀ ਮੈਨੂੰ ਯਾਦ ਹੈ ਬਹੁਤ ਉੱਚੇ ਵਿਦਵਾਨ ਸੀਗੇ ਔਰ ਉਹਨਾਂ ਦੇ ਹੁੰਦਿਆਂ ਬਹੁਤ ਸਾਰੇ ਕੰਮ ਅਨੁਵਾਦ ਵੀ ਹੋਏ, ਜਿਹੜੀਆਂ ਓਰੀਜਨਲ ਕਿਤਾਬਾਂ ਵੀ ਜਿਹੜੀਆਂ ਲਿਖਵਾਈਆਂ ਗਈਆਂ ਲੇਖਕਾਂ ਤੋਂ, ਬਹੁਤ ਸਾਰਾ ਕੰਮ ਭਾਸ਼ਾ ਵਿਭਾਗ ਨੇ, ਕੋਸ਼ ਤਿਆਰ ਕੀਤੇ ਨੇ। ਪਰ ਜੇ ਅੱਜ ਦੀ ਤੁਸੀਂ ਹਾਲਾਤ ਦੀ ਗੱਲ ਕੀਤੀ ਹੈ ਭਾਸ਼ਾ ਵਿਭਾਗ ਦੀ, ਅੱਜ ਉਹ ਖੰਡਰ ਬਣ ਰਿਹਾ ਹੈ। ਉੱਥੇ ਦੀਆਂ ਮੈਨੂੰ ਲੱਗਦਾ ਕਿ 80 ਤੋਂ ਲੈ ਕੇ 90% ਅਸਾਮੀਆਂ ਖਾਲੀ ਪਈਆਂ ਨੇ ਔਰ ਸਾਂਭ ਸੰਭਾਲ ਦੇ ਲਈ ਕੋਈ ਉੱਥੇ ਕੋਈ ਇਦਾਂ ਦੀ ਤਜਵੀਜ਼ ਨਹੀਂ ਰੱਖੀ ਗਈ ਔਰ ਪੈਸਾ ਜਿਹੜਾ ਹੈ ਗ੍ਰਾਂਟਾਂ ਜਿਹੜੀਆਂ ਨੇ ਸਰਕਾਰਾਂ ਨੂੰ ਦੇਣੀਆਂ ਬਣਦੀਆਂ ਨੇ, ਉਹ ਕੋਈ ਗ੍ਰਾਂਟ ਨਹੀਂ ਦਿੱਤੀ ਜਾ ਰਹੀ। ਇਸੇ ਤਰ੍ਹਾਂ ਸਾਹਿਤਕਾਰਾਂ ਨੂੰ ਇਨਾਮ ਦਿੰਦੇ ਨੇ, ਸਨਮਾਨ ਦਿੰਦੇ ਨੇ ਹਰ ਸਾਲ, ਉਹ ਪਿਛਲੇ ਲੰਮੇ ਸਮੇਂ ਤੋਂ ਬੰਦ ਪਏ ਆ। ਸੋ ਇਸ ਕਰਕੇ ਭਾਸ਼ਾ ਵਿਭਾਗ, ਕਿਉਂਕਿ ਸਰਕਾਰਾਂ ਦੀਆਂ ਕੋਈ ਉਧਰ ਧਿਆਨ ਨਹੀਂ ਹੈ ਪੰਜਾਬੀ ਭਾਸ਼ਾ ਦੇ ਵੱਲ, ਪੰਜਾਬੀ ਸਾਹਿਤ ਨੂੰ ਤਰੱਕੀ ਦੇ ਵੱਲ, ਪੰਜਾਬੀ ਸੱਭਿਆਚਾਰ ਨੂੰ ਤਰੱਕੀ ਕਰਨ ਦੇ ਲਈ, ਇਸ ਲਈ ਉਹਦਾ ਸ਼ਿਕਾਰ ਜਿਹੜੀ ਹੈਗੇ ਨੇ ਪੰਜਾਬੀ ਭਾਸ਼ਾ, ਪੰਜਾਬੀ ਸਾਹਿਤ, ਪੰਜਾਬੀ ਸੱਭਿਆਚਾਰ ਹੋ ਰਿਹਾ ਔਰ ਉਹਦਾ ਜਿਹੜਾ ਹਿੱਸਾ, ਕਿਉਂਕਿ ਭਾਸ਼ਾ ਵਿਭਾਗ ਵੀ ਹੈ, ਭਾਸ਼ਾ ਵਿਭਾਗ ਇਸ ਵੇਲੇ ਡੂੰਘੇ ਸੰਕਟ, ਆਰਥਿਕ ਸੰਕਟ ਦੇ ਵਿੱਚ ਵੀ ਔਰ ਪ੍ਰਸ਼ਾਸਨਿਕ ਸੰਕਟ ਦੇ ਵਿੱਚ ਹੈ। ਜੀ ਬਿਲਕੁਲ। ਪੰਜਾਬੀ ਯੂਨੀਵਰਸਿਟੀ ਦਾ ਜਿਹੜਾ ਪੰਜਾਬੀ ਵਿਭਾਗ ਆ, ਪੰਜਾਬੀ ਮਾਂ ਬੋਲੀ ਵਾਸਤੇ ਕੀ ਕਾਰਜ ਖੇਤਰ ਉਹਨਾਂ ਦੇ ਹੈਗੇ ਨੇ ਤੇ ਉਹ ਕਿੰਨਾ ਕੁ ਕਾਰਜ ਜਿਹੜੇ ਨੇ ਉਹ ਕਰ ਰਹੇ ਨੇ, ਉਸ ਬਾਰੇ? ਦੇਖੋ, ਪੰਜਾਬੀ ਭਾਸ਼ਾ ਔਰ ਪੰਜਾਬੀ ਯੂਨੀਵਰਸਿਟੀ ਮੈਨੂੰ ਲੱਗਦਾ ਕਿ ਵਾਹਿਦ ਇੱਕ ਭਾਰਤ ਦੇ ਵਿੱਚ ਐਸੀ ਯੂਨੀਵਰਸਿਟੀ ਹੈ ਜਿਹੜੀ ਪੰਜਾਬੀ ਭਾਸ਼ਾ ਦੇ ਨਾਂ ਤੇ ਬਣੀ ਹੈ। ਜੀ ਬਿਲਕੁਲ। ਹਿਬਰੂ ਯੂਨੀਵਰਸਿਟੀ ਤੋਂ ਬਾਅਦ ਜੇ ਆਪਾਂ ਦੁਨੀਆ ਦੇ ਵਿੱਚ ਦੀ ਗੱਲ ਕਰੀਏ ਤਾਂ ਦੂਸਰੀ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਹੈ।
ਸੋ ਇਹਨੇ ਬਹੁਤ ਸਾਰਾ ਕੰਮ ਕੀਤਾ, ਬਹੁਤ ਕਿਤਾਬਾਂ ਲਿਖਵਾਈਆਂ, ਬਹੁਤ ਸਾਰੇ ਲਗਭਗ 7 ਵਿਭਾਗ ਪੰਜਾਬੀ ਦੇ ਇਸ ਯੂਨੀਵਰਸਿਟੀ ਦੇ ਵਿੱਚ ਕੰਮ ਕਰਦੇ ਆ, ਔਰ 7 ਦੇ ਵਿੱਚ ਬਹੁਤ ਸਾਰਾ ਮੈਨੂੰ ਲੱਗਦਾ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਕਿਤਾਬਾਂ ਜਿਹੜੀਆਂ ਨੇ ਉਹ ਛਪੀਆਂ ਨੇ। ਜੇ ਥੋੜਾ ਬਹੁਤ ਮਾਣ ਹੋ ਸਕਦਾ ਪੰਜਾਬੀ ਨੂੰ, ਪੰਜਾਬੀ ਭਾਸ਼ਾ ਨੂੰ, ਪੰਜਾਬੀ ਸਾਹਿਤ ਨੂੰ, ਪੰਜਾਬੀ ਸੱਭਿਆਚਾਰ ਨੂੰ, ਤਾਂ ਪੰਜਾਬੀ ਯੂਨੀਵਰਸਿਟੀ ਤੇ ਹੀ ਹੋ ਸਕਦਾ, ਕਿਉਂਕਿ ਪਰ ਹੁਣ ਇਸ ਵੇਲੇ ਲਗਭਗ 300 ਕਰੋੜ ਦੀ ਜਿਹੜੀ ਹੈਗੀ ਇਸ ਵੇਲੇ ਲੋੜ ਹੈ ਯੂਨੀਵਰਸਿਟੀ ਨੂੰ ਯਕਮੁਕਤ ਕਿਸ਼ਤ ਦੀ। ਸਰਕਾਰਾਂ, ਕਿਉਂਕਿ ਇਹ ਸਾਡੇ ਸੀਐਮ ਸਾਹਿਬ ਦਾ ਇਲਾਕਾ ਹੈ, ਉਹਨਾਂ ਦਾ ਆਪਣਾ ਸ਼ਹਿਰ ਹੈ, ਉਹਨਾਂ ਦੇ ਵਾਲਿਦ ਸਾਹਿਬ ਨੇ, ਯਾਦਵਿੰਦਰ ਸਿੰਘ ਜੀ ਨੇ, ਉਹਨਾਂ ਦੀ ਬਦੌਲਤ ਇਹ ਯੂਨੀਵਰਸਿਟੀ ਬਣੀ ਹੈ, ਠੀਕ ਹੈ ਨਾ। ਉਹਨਾਂ ਨੇ 1962-63 ਦੇ ਵਿੱਚ ਜਵਾਹਰ ਲਾਲ ਨਹਿਰੂ ਨੂੰ ਕਹਿ ਕੇ ਉਹਨਾਂ ਨੇ ਇੱਥੇ ਯੂਨੀਵਰਸਿਟੀ ਬਣਵਾਈ ਭਾਸ਼ਾ ਦੇ ਆਧਾਰ ਤੇ। ਇਸ ਲਈ ਉਹਨਾਂ ਦਾ ਮੈਨੂੰ ਲੱਗਦਾ ਕਿ ਮੁਕੱਦਸ ਫਰਜ਼ ਵੀ ਬਣਦਾ ਕਿ ਇਸ ਯੂਨੀਵਰਸਿਟੀ ਨੂੰ, ਪੰਜਾਬੀ ਭਾਸ਼ਾ ਨੂੰ, ਪੰਜਾਬੀ ਸੱਭਿਆਚਾਰ ਨੂੰ, ਪੰਜਾਬੀ ਸਾਹਿਤ ਨੂੰ ਬਚਾਉਣ ਦੇ ਲਈ 300 ਕਰੋੜ ਉਹਨਾਂ ਲਈ ਕੁਝ ਵੀ ਨਹੀਂ ਹੈ, ਉਹਨਾਂ ਨੂੰ ਜ਼ਰੂਰ ਇਸ ਯੂਨੀਵਰਸਿਟੀ ਨੂੰ ਦੇਣਾ ਚਾਹੀਦਾ ਹੈ ਕਿਸ਼ਤ ਦੇ ਵਿੱਚ। ਡਾਕਟਰ ਸਾਹਿਬ, ਸਾਡੇ 4 ਖਿੱਤੇ ਨੇ, ਮਾਝਾ, ਮਾਲਵਾ, ਦੁਆਬਾ, ਪੁਆਧ ਜੀ। ਖੇਤਰੀ ਬੋਲੀਆਂ ਦੇ ਲਈ ਯੂਨੀਵਰਸਿਟੀ ਕੋਈ ਉਪਰਾਲਾ ਕਰਦੀ ਪਈ ਹੈ? ਬਿਲਕੁਲ ਕਰਦੀ ਪਈ ਹੈ। ਪਹਿਲੀ ਗੱਲ ਤਾਂ ਵੱਖ-ਵੱਖ ਜਿਹੜੇ ਖੇਤਰ ਤੁਸੀਂ ਗਿਣਾਏ ਨੇ ਉਪ ਭਾਸ਼ਾਵਾਂ ਦੇ, ਇਹਨਾਂ ਦੇ ਬਾਰੇ ਕੋਸ਼ ਅਸੀਂ ਪਹਿਲਾਂ ਹੀ ਤਿਆਰ ਕਰ ਚੁੱਕੇ ਹਾਂ। ਪੰਜਾਬੀ ਯੂਨੀਵਰਸਿਟੀ ਦੀ ਜਿਹੜੀ ਪਬਲੀਕੇਸ਼ਨ ਬਿਊਰੋ ਹੈ ਉਹਦੇ ਵੱਲੋਂ ਲਗਾਤਾਰ ਸਾਡੇ ਭਾਸ਼ਾ ਵਿਗਿਆਨ ਵਿਭਾਗ ਹੈਗਾ, ਉਹਨਾਂ ਵੱਲੋਂ ਅਸੀਂ ਵੱਖ-ਵੱਖ ਕੋਸ਼ ਜਿਹੜੇ ਨੇ ਉਪ ਭਾਸ਼ਾਵਾਂ ਦੇ ਉਹ ਅਸੀਂ ਛਾਪ ਚੁੱਕੇ ਹਾਂ, ਔਰ ਬਹੁਤ ਵੱਡੇ ਪੱਧਰ ਤੇ ਉਹ ਵਿਕੇ ਵੀ ਨੇ, ਲੋਕ ਉਹਨਾਂ ਨੂੰ ਪਸੰਦ ਕਰ ਰਹੇ ਨੇ, ਪਾਠਕ ਉਹਨਾਂ ਨੂੰ ਬਹੁਤ ਖਰੀਦ ਵੀ ਰਹੇ ਨੇ। ਔਰ ਇਸੇ ਤਰ੍ਹਾਂ ਸਾਡਾ ਜਿਹੜਾ ਮਕਸਦ ਹੁੰਦਾ ਹੈ ਕਿ ਅਸੀਂ PhD ਔਰ MPhil ਦਾ ਜਿਹੜਾ ਖੋਜ ਹੈ, ਰਿਸਰਚ ਦਾ ਕੰਮ ਜਿਹੜਾ ਹੈਗਾ, ਉਹ ਅਸੀਂ ਬਹੁਤ ਸਾਰੇ ਸੈਂਕੜੇ ਥੀਸਿਸ ਇਹਨਾਂ ਚਾਰੋਂ ਭਾਸ਼ਾਵਾਂ ਬਾਰੇ, ਕੱਲੀਆਂ ਇਹਨਾਂ ਨਹੀਂ, ਜਿਹੜੀਆਂ ਸਾਡੀਆਂ ਇਸ ਤੋਂ ਇਲਾਵਾ ਵੀ ਜਿਹੜੀਆਂ ਹੋਰ ਖਾਸ ਤੌਰ ਤੇ ਜਿਹੜੀਆਂ ਪਾਕਿਸਤਾਨੀ ਪੰਜਾਬ ਦੇ ਵਿੱਚ ਉਹ ਭਾਸ਼ਾਵਾਂ ਰਹਿੰਦੀਆਂ ਨੇ, ਬੋਲੀਆਂ ਜਾਂਦੀਆਂ ਨੇ, ਉਹਨਾਂ ਬਾਰੇ ਵੀ ਅਸੀਂ ਖੋਜ ਜਿਹੜੀ ਹੈਗੀ ਕਰ ਚੁੱਕੇ ਹਾਂ। ਸਿੰਧੀ, ਸਰਾਇਕੀ, ਹਾਂ ਸਰ, ਉਹਨਾਂ ਬਾਰੇ ਵੀ ਸਾਡੇ ਇੱਧਰ ਖੋਜ ਚੱਲਦੀ ਰਹਿੰਦੀ ਹੈ। ਸੋ ਇਸੇ ਤਰ੍ਹਾਂ ਸਾਡੇ ਅਸੀਂ ਸੈਮੀਨਾਰ, ਤੀਸਰਾ ਹਿੱਸਾ ਜਿਹੜਾ ਹੈਗਾ ਕਿ ਅਸੀਂ ਵੱਖ-ਵੱਖ ਸੈਮੀਨਾਰਾਂ ਦੇ ਰਾਹੀਂ, ਕਾਨਫਰੰਸਾਂ ਦੇ ਰਾਹੀਂ ਅਸੀਂ ਲੋਕਾਂ ਨੂੰ ਚੇਤਨ ਕਰਨ ਦੇ ਲਈ, ਔਰ ਖਾਸ ਤੌਰ ਤੇ ਜਿਹੜੇ ਨਵੇਂ ਵਿਦਿਆਰਥੀ ਨੇ, ਖੋਜਾਰਥੀ ਨੇ, ਉਹਨਾਂ ਦੇ ਵਿੱਚ ਉਤਸ਼ਾਹ ਪੈਦਾ ਕਰਨ ਦੇ ਲਈ ਅਸੀਂ ਲਗਾਤਾਰ ਸਾਡੇ ਯਤਨ ਜਾਰੀ ਨੇ। ਔਰ ਹੁਣੀ ਪਿੱਛੇ ਜੇ ਅਸੀਂ ਉਪ ਭਾਸ਼ਾਵਾਂ ਦੇ ਉੱਤੇ ਪੰਜਾਬੀ ਯੂਨੀਵਰਸਿਟੀ ਨੇ ਬਹੁਤ ਵੱਡੀ ਕਾਨਫਰੰਸ 3 ਦਿਨ ਦੀ ਕਰਵਾਈ ਹੈ, ਔਰ ਬਹੁਤ ਬੱਚਿਆਂ ਨੂੰ ਨਵਾਂ ਉਤਸ਼ਾਹ ਮਿਲਿਆ ਉਸ ਤੋਂ। ਤੁਸੀਂ ਵੀ ਸ਼ਿਰਕਤ ਕੀਤੀ? ਬਿਲਕੁਲ ਬਿਲਕੁਲ ਬਿਲਕੁਲ। ਡਾਕਟਰ ਸਾਹਿਬ, ਜੁੜਦੀ ਗੱਲ ਮੈਂ ਇਹ ਪੁੱਛਣੀ ਚਾਹੁੰਦਾ ਵੀ ਪੰਜਾਬ ਦੇ ਵਿੱਚ, ਚਲੋ ਇਹ ਤਾਂ ਸੀਗੇ ਖਿੱਤਿਆਂ ਦੀ ਗੱਲ ਆਪਣੀ, ਸਾਡੇ ਕੋਲੇ ਜਿਵੇਂ ਹੁਣ ਅਸੀਂ ਫਿਰੋਜ਼ਪੁਰ ਦੇ ਸਰਹੱਦੀ ਇਲਾਕੇ ਦੀ ਗੱਲ ਕਰ ਲਈਏ, ਅਬੋਹਰ ਦੇ ਇਲਾਕਿਆਂ ਦੀ ਗੱਲ ਕਰ ਲਈਏ, ਇਸੇ ਤਰ੍ਹਾਂ ਸਾਡੇ ਕੋਲੇ ਅੰਮ੍ਰਿਤਸਰ ਦੇ ਇਲਾਕਿਆਂ ਦੀ, ਗੁਰਦਾਸਪੁਰ ਦੇ ਇਲਾਕਿਆਂ ਦੀ ਗੱਲ ਕਰ ਲਈਏ, ਇਹ ਤੁਹਾਡਾ ਜਿਹੜਾ ਏਰੀਆ ਪਟਿਆਲੇ ਦੀ, ਅਸੀਂ ਇੱਥੇ ਦੀ ਗੱਲ ਕਰ ਲਈਏ, ਬਿਲਕੁਲ ਇੱਧਰ ਦੀਆਂ ਜ਼ੁਬਾਨਾਂ ਜਿਹੜੀਆਂ ਬੜੀਆਂ ਵੱਖੋ ਵੱਖਰੀਆਂ ਨੇ। ਜੇ ਅਸੀਂ ਮੈਂ ਫਿਰੋਜ਼ਪੁਰ ਦੀ ਗੱਲ ਕਵਾਂ ਤੇ ਉਸ ਇਲਾਕੇ ਵਿੱਚ ਰਾਏ ਸਿੱਖ ਬਰਾਦਰੀ ਦੀ ਇੱਕ ਆਪਣੀ ਜ਼ੁਬਾਨ ਹੁੰਦੀ ਹੈ। ਇਸੇ ਤਰ੍ਹਾਂ ਜਿਹੜੀ ਕੰਬੋਜ ਸਿੱਖ ਬਰਾਦਰੀ ਹੈ, ਉਹਨਾਂ ਦੀ ਇੱਕ ਆਪਣੀ ਜ਼ੁਬਾਨ ਹੈ। ਮੈਂ ਇੱਥੇ ਦੱਸਣਾ ਚਾਹਾਂਗਾ ਕਿ ਪੰਜਾਬੀ ਮਾਂ ਬੋਲੀ ਦੇ ਉੱਤੇ ਜਿਹੜਾ ਕੰਮ ਹੋਇਆ ਹੈ, ਉਹਦੇ ਵਿੱਚ ਜਿਵੇਂ ਅਸੀਂ ਮਾਝਾ, ਮਾਲਵਾ, ਦੁਆਬਾ ਤੇ ਪੁਆਧ ਦੀ ਗੱਲ ਕਰਦੇ ਹਾਂ, ਉਸੇ ਤਰ੍ਹਾਂ ਹੀ ਜਿਹੜੀ ਕੰਬੋਜ ਭਾਈਚਾਰਾ ਆ, ਜਦੋਂ ਵੰਡ ਤੋਂ ਪਹਿਲਾਂ ਸਾਂਝਾ ਪੰਜਾਬ ਸੀਗਾ, ਉੱਥੇ ਉਹਨਾਂ ਦੀਆਂ ਜ਼ੁਬਾਨਾਂ ਜਿਹੜੀਆਂ ਸੀਗੀਆਂ ਉਹ ਵੀ 3 ਤਰ੍ਹਾਂ ਦੀਆਂ ਸੀਗੀਆਂ, ਜਿਨ੍ਹਾਂ ਦੇ ਵਿੱਚ ਇੱਕ ਲੰਮੇ ਦੀ, ਉੱਭੇ ਦੀ ਤੇ ਤਪੇ ਦੀ, ਇਹ 3 ਜ਼ੁਬਾਨਾਂ ਸੀ। ਉਹ ਤਿੰਨੇ ਜ਼ੁਬਾਨਾਂ ਡਾਕਟਰ ਸਾਹਿਬ ਬੋਲਦੇ ਨੇ। ਬਿਲਕੁਲ। ਇਸ ਤੋਂ ਇਲਾਵਾ ਜਿਹੜੀ ਬੌਰੀਆ ਬਰਾਦਰੀ ਆ, ਉਹਨਾਂ ਦੀ ਲੈਂਗੁਏਜ ਜਿਹੜੀ ਆ, ਉਹ ਜ਼ੁਬਾਨ ਜਿਹੜੀ ਉਹ ਹਜੇ ਤੱਕ ਕਿਸੇ ਦੀ ਸਮਝ ਹੀ ਨਹੀਂ ਸਮਝ ਆ ਰਹੀ ਜੀ, ਕਿ ਇਸ ਤਰ੍ਹਾਂ ਦੀਆਂ ਉਹ ਜ਼ੁਬਾਨਾਂ ਜਿਹੜੀਆਂ ਕੁਝ ਛੋਟੇ-ਛੋਟੇ ਖਿੱਤਿਆਂ ਦੇ ਵਿੱਚ ਲੋਕ ਰਹਿੰਦੇ ਨੇ, ਕਿ ਉਹਨਾਂ ਉੱਤੇ ਵੀ ਕੋਈ ਉਪਰਾਲਾ ਕੀਤਾ ਜਾ ਰਿਹਾ? ਬਿਲਕੁਲ। ਦੇਖੋ, ਸਾਡੇ ਜਿਹੜੀ ਕੋਈ ਵੀ ਭਾਸ਼ਾ ਹੁੰਦੀ ਹੈ, ਇਹ ਇੱਕ ਵੱਡਾ ਦਰਖਤ ਹੁੰਦੀ ਹੈ, ਦਰਖਤ ਵਾਂਗ ਹੁੰਦੀ ਹੈ, ਔਰ ਉਹਦੀਆਂ ਛੋਟੀਆਂ-ਛੋਟੀਆਂ ਜਿਹੜੀਆਂ ਇਹ ਉਪ ਭਾਸ਼ਾਵਾਂ ਹੁੰਦੀਆਂ ਨੇ, ਉਹਦੀਆਂ ਸ਼ਾਖਾਵਾਂ ਹੁੰਦੀਆਂ ਨੇ, ਔਰ ਉਹਦੀ ਤਾਕਤ ਹੁੰਦੀ ਹੈ। ਬਿਲਕੁਲ। ਇਸੇ ਲਈ ਭਾਸ਼ਾ ਜਿਹੜੀ ਹੈ ਬਣਦੀ ਹੈ ਨਾ, ਕੋਈ ਵੀ ਭਾਸ਼ਾ, ਕੱਲੀ ਮੈਂ ਪੰਜਾਬੀ ਦੀ ਗੱਲ ਨਹੀਂ ਕਰ ਰਿਹਾ, ਚਾਹੇ ਦੁਨੀਆ ਦੀਆਂ ਕੋਈ ਵੀ ਭਾਸ਼ਾਵਾਂ ਨੇ, ਉਹਦੀਆਂ ਉਪ ਭਾਸ਼ਾਵਾਂ ਹੋਣਗੀਆਂ, ਔਰ ਜਿੰਨੀਆਂ ਉਹ ਤਾਕਤਵਰ ਹੋਣਗੀਆਂ, ਉਨੀ ਉਹ ਜਿਹੜੀ ਹੈਗੀ ਹੈ ਮੁੱਖ ਭਾਸ਼ਾ ਜਿਹੜੀ ਹੈਗੀ ਆ ਉਹ ਤਾਕਤਵਰ ਹੋਏਗੀ। ਸੋ ਜਿਹੜੀਆਂ ਤੁਸੀਂ ਗੱਲਾਂ ਕੀਤੀਆਂ ਨੇ ਵੱਖ-ਵੱਖ ਉਪ ਭਾਸ਼ਾਵਾਂ ਬਾਰੇ, ਔਰ ਖਾਸ ਤੌਰ ਤੇ ਜਿਹੜੇ, ਕਿਉਂਕਿ ਸਾਡਾ ਕਬੀਲਾ ਹੀ ਸੱਭਿਆਚਾਰ ਰਿਹਾ, ਇਸ ਕਰਕੇ ਹਰੇਕ ਕਬੀਲੇ ਦੀ ਵੱਖਰੀ ਭਾਸ਼ਾ ਹੁੰਦੀ ਸੀਗੀ, ਕਿਉਂਕਿ ਉਹਨਾਂ ਦੇ ਆਪਣੇ ਕਿੱਤੇ ਹੁੰਦੇ ਸੀਗੇ, ਕਿੱਤਿਆਂ ਦੇ ਹਿਸਾਬ ਨਾਲ ਜਿਹੜੀ ਹੈਗੀ ਆ ਭਾਸ਼ਾ ਬਣਦੀ ਹੈ। ਜਿਸ ਤਰ੍ਹਾਂ ਦਾ ਕਿੱਤਾ ਹੋਏਗਾ, ਉਸ ਕਿੱਤੇ ਦੇ ਵਿੱਚੋਂ ਭਾਸ਼ਾ ਜਿਹੜੀ ਕਿ ਨਿਕਲੇਗੀ। ਸੋ ਇਸ ਕਰਕੇ ਤੁਸੀਂ ਬੌਰੀਆ ਕਬੀਲੇ ਦੀ ਗੱਲ ਕੀਤੀ ਆ, ਹੋਰ ਬਾਕੀ ਕਬੀਲਿਆਂ ਦੀ ਗੱਲ ਕੀਤੀ ਆ, ਉਹਨਾਂ ਦੀਆਂ ਆਪਣੀਆਂ ਭਾਸ਼ਾਵਾਂ ਨੇ, ਪਰ ਸਾਡੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ
ਇੱਕ ਅਧਿਆਪਕ ਹੋਣ ਦੇ ਨਾਤੇ, ਇੱਕ ਖੋਜਾਰਥੀ ਹੋਣ ਦੇ ਨਾਤੇ, ਕਿ ਅਸੀਂ ਉਹਨਾਂ ਦੀ ਜਿਹੜੀ ਓਰੀਜਨੈਲਿਟੀ ਹੈ, ਜੀ ਉਹਨਾਂ ਦੀ ਜਿਹੜੀ ਅਸਲੀਅਤ ਹੈ, ਜੀ। ਉਹਨੂੰ ਅਸੀਂ ਬਰਕਰਾਰ ਰੱਖੀਏ ਔਰ ਉਹਨਾਂ ਨੂੰ ਅਸੀਂ ਸਾਂਭ ਸੰਭਾਲ ਦਾ ਜਿਹੜੀ ਜ਼ਿੰਮੇਵਾਰੀ ਹੈ ਉਹ ਸਾਡੇ ਵਰਗੀਆਂ ਜਿਹੜੀਆਂ ਯੂਨੀਵਰਸਿਟੀਆਂ ਨੇ, ਖਾਸ ਤੌਰ ਤੇ ਜਿਹੜੀਆਂ ਰਿਸਰਚ ਕਰਾਉਂਦੀਆਂ ਨੇ, ਖੋਜ ਕਰਵਾਉਂਦੀਆਂ ਨੇ, ਉਹਨਾਂ ਦੀ ਬਣ ਜਾਂਦੀ ਹੈ ਕਿ ਉਹ ਅਸੀਂ ਉਹਨਾਂ ਨੂੰ, ਉਹਨਾਂ ਦੀ ਓਰੀਜਨੈਲਿਟੀ ਨੂੰ ਅਸੀਂ ਸੰਭਾਲ ਕੇ ਤਾਂ ਕਿ ਉਹ ਥੀਸਿਸਾਂ ਦੇ ਰਾਹੀਂ ਸਾਡੇ ਕੋਲ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੇ ਉਹਨਾਂ ਨੂੰ ਦੇਖ ਸਕਣ ਕਿ ਸਾਡਾ ਵਿਰਾਸਤ ਜਿਹੜੀ ਹੈਗੀ ਹੈ, ਸਾਡੀ ਭਾਸ਼ਾ ਦੀ ਜਿਹੜੀ ਵਿਰਾਸਤ ਹੈ ਉਹ ਇੱਥੇ ਪਈ ਹੈ। ਸੋ ਇਸ ਕਰਕੇ ਸਾਡੀ ਉਹ ਲੋੜ ਬਣ ਜਾਂਦੀ ਹੈ। ਜੀ ਜੀ। ਲੋਕ ਜ਼ਬਾਨਾਂ ਦੀ ਜਦੋਂ ਗੱਲ ਕਰਦੇ ਤੇ ਜਿਹੜੀ ਨਵੀਂ ਪੀੜ੍ਹੀ ਦੀ ਹੁਣ ਵੇਖਦੇ ਆ, ਇਹ ਇੱਕ ਵੱਡੀ ਸਮੱਸਿਆ ਰਖਵਾਈ ਹੈ ਜੀ ਕਿ ਨਵੀਂ ਪੀੜ੍ਹੀ ਹੁਣ ਜਦੋਂ ਕਾਲਜਾਂ ਯੂਨੀਵਰਸਿਟੀਆਂ ਤੱਕ ਆ ਗਈ ਹੈ, ਬਿਲਕੁਲ, ਖਾਸ ਤੌਰ ਤੇ ਉਹ ਜਿਹੜੀ ਆਪਾਂ ਖੇਤੇ ਦੀ ਜ਼ਬਾਨ ਦੀ ਗੱਲ ਕਰਦੇ, ਉਹਦੀ ਬੋਲੀ ਤੋਂ ਬੜਾ ਭੱਜਣ ਲੱਗ ਗਏ। ਬਿਲਕੁਲ, ਤੁਹਾਨੂੰ ਕੀ ਲੱਗਦਾ ਇਹ ਕਾਰਨ? ਬਿਲਕੁਲ, ਇਹ ਤੁਹਾਡੀ ਗੱਲ ਬਿਲਕੁਲ ਠੀਕ ਮੈਨੂੰ ਮਹਿਸੂਸ ਹੁੰਦੀ ਹੈ, ਕਿਉਂਕਿ ਸਾਨੂੰ ਸਾਡਾ ਜਿਹੜਾ ਸੱਭਿਆਚਾਰ ਦੇ ਉੱਤੇ ਅਸਰ ਜਿਹੜਾ ਹੋ ਰਿਹਾ ਇਸ ਵੇਲੇ ਜੀ, ਉਹ ਹੋ ਰਿਹਾ ਹੈ ਅੰਗਰੇਜ਼ੀ ਭਾਸ਼ਾ ਦਾ ਔਰ ਵਿਸ਼ੇਸ਼ ਤੌਰ ਤੇ ਜਿਹੜਾ ਪੱਛਮੀ ਤੇ ਅਮਰੀਕਨ ਸੱਭਿਆਚਾਰ ਦਾ। ਜੀ ਜੀ। ਔਰ ਕਿਉਂਕਿ ਸਾਡੇ ਐਜੂਕੇਸ਼ਨ ਦਾ ਮਾਡਲ ਵੀ ਉੱਥੋਂ ਹੀ ਆ ਰਹੇ ਨੇ, ਇਸ ਕਰਕੇ ਜਿਹੜੀ ਨਵੀਂ ਪੀੜ੍ਹੀ ਆ ਰਹੀ ਹੈ ਉਹਨੂੰ ਖਾਸ ਤੌਰ ਤੇ ਮੀਡੀਆ ਨੇ ਔਰ ਜਾਂ ਜਿਹੜਾ ਹੈ ਸੋਸ਼ਲ ਮੀਡੀਆ ਨੇ ਜਿਸ ਤਰ੍ਹਾਂ ਦਾ ਉਹਨੂੰ ਉਹਦੇ ਉੱਤੇ ਪ੍ਰਭਾਵ ਪਾਇਆ ਜਾ ਰਿਹਾ ਹੈ, ਉਹਦੇ ਕਾਰਨ ਉਹ ਆਪਣੀ ਵਿਰਾਸਤ ਨੂੰ ਛੱਡਦਾ ਜਾ ਰਿਹਾ ਹੈ ਔਰ ਆਪਣੇ ਸਾਹਿਤ ਨੂੰ, ਆਪਣੀ ਬਾਣੀ ਨੂੰ, ਆਪਣੇ ਬਾਣੇ ਨੂੰ ਉਹ ਭੁੱਲਦਾ ਜਾ ਰਿਹਾ ਹੈ। ਔਰ ਉਹ ਤੋਂ ਟੁੱਟ ਕੇ ਜਿਹੜਾ ਹੈਗਾ, ਮੈਨੂੰ ਲੱਗਦਾ ਕਿ ਜਿਵੇਂ ਉਹਨਾਂ ਨੇ ਕਿਹਾ ਸੀਗਾ ਗੁਰੂ ਸਾਹਿਬਾਂ ਨੇ ਕਿ ਆਪਣਾ ਮੂਲ ਪਛਾਣਨ ਦੀ ਲੋੜ ਹੈ ਇਸ ਵੇਲੇ। ਅਸੀਂ ਤਾਂ ਹੀ ਬਚਾਂਗੇ, ਸਾਡੀ ਪੰਜਾਬੀਆਂ ਦੀ ਹੋਂਦ ਤਾਂ ਹੀ ਹੈ ਜੇ ਅਸੀਂ ਆਪਣੇ ਮੂਲ ਨੂੰ ਪਛਾਣਾਂਗੇ ਔਰ ਆਪਣੇ ਮੂਲ ਦੇ ਉੱਤੇ ਅਸੀਂ ਗਰਵ ਕਰਾਂਗੇ, ਅਸੀਂ ਮਾਣ ਕਰਾਂਗੇ, ਤਾਂ ਹੀ ਪੰਜਾਬੀ ਭਾਸ਼ਾ, ਪੰਜਾਬੀ ਖਿੱਤਾ, ਪੰਜਾਬੀ ਸੱਭਿਆਚਾਰ ਤਾਂ ਹੀ ਬਚੇਗਾ। ਅੱਛਾ, ਇੱਥੇ ਹੁਣ ਇੱਕ ਮਸਲਾ ਹੋਰ ਪੰਜਾਬ ਦੇ ਵਿੱਚ ਵੱਡਾ, ਜਿੱਥੇ ਸਕੂਲਾਂ ਦੀ ਅਸੀਂ ਗੱਲ ਕਰਦੇ ਸਾਂ, ਉਹਨਾਂ ਨੇ ਆਪਣੇ ਤੌਰ ਦੇ ਉੱਤੇ ਆਖਿਆ ਜੀ ਪੰਜਾਬੀ ਜਿਹੜੀ ਹੈਗੀ ਉਹ ਸਕੂਲ 'ਚ ਲਾਗੂ ਨੇ, ਖਾਸ ਤੌਰ ਤੇ ਕਨਵੈਂਟ ਸਕੂਲਾਂ ਦੀ ਗੱਲ ਕਰ ਰਹੇ ਸੀ। ਇੱਕ ਹੋਰ ਵੀ ਮਸਲਾ ਹੈਗਾ ਹੁਣ ਨਾ, ਅਸੀਂ ਜਦੋਂ ਦੇਖਦੇ ਹਾਂ ਪਿੰਡਾਂ ਤੋਂ ਸ਼ਹਿਰਾਂ ਦੇ ਵਿੱਚ ਆ ਕੇ, ਉਹ ਪਿੰਡਾਂ 'ਚ ਵੀ ਇਹ ਗੱਲ ਕਰ ਗਈ ਹੈ। ਪਿੰਡ 'ਚ ਇੱਕ ਨਵੀਂ ਜਿਹੜੀ ਨੌਂ ਆਈ ਹੈ, ਜਦੋਂ ਉਹ ਮਾਂ ਬਣਦੀ ਆ, ਅੱਗਾਂ ਜਦੋਂ ਉਹਦੀ ਫਿਰ ਔਲਾਦ ਆ, ਜਦੋਂ ਸਕੂਲਾਂ ਤੱਕ ਜਾਂਦੀ ਤੇ ਉਹ ਬੱਚੇ ਨੂੰ ਪਹਿਲਾਂ ਜਿਹੜੀ ਮਾਂ ਕੋਲੋਂ ਸਿੱਖਿਆ ਮਿਲਦੀ ਪਈ ਹੈ, ਬਿਲਕੁਲ ਉਹਦੇ ਵਿੱਚ ਇਹ ਹੁੰਦੀ ਹੈ ਕਿ ਜਿਹੜੇ ਸ਼ਬਦ ਨੇ ਉਹ ਅੰਗਰੇਜ਼ੀ ਦੇ ਸਿਖਾਏ ਜਾਂਦੇ ਆ। ਆਮ ਤੌਰ ਤੇ ਜਿਹੜੇ ਉਹ ਸ਼ਬਦ ਹੁਣ ਵਿਗੜ ਗਏ। ਦੇਖੋ ਨਾ, ਅਸੀਂ ਗੱਲ ਕਰਦੇ ਸਾਂ ਕਿ ਜਿਹੜਾ ਹੁਣ ਡੈਡੀ ਸ਼ਬਦ ਆ ਗਿਆ ਸਾਡੇ ਕੋਲ, ਮੰਮੀ ਸ਼ਬਦ ਆ ਗਿਆ, ਚਿਰਾਂ ਦੇ ਆਏ ਹੋਏ ਆ, ਬਿਲਕੁਲ, ਪਰ ਅੱਜ ਉਹ ਵੀ ਗਾਂ ਵਿਗੜ ਗਏ ਨੇ। ਬਿਲਕੁਲ, ਉਹਦਾ ਵੀ ਉਹ ਜਿਹੜਾ ਸੀਗਾ ਉਹ ਜਮਾਂ ਹੀ ਆਧਾਰ ਹੋ ਗਿਆ। ਹੁਣ ਮਾਮੇ ਦੀ ਅਸੀਂ ਗੱਲ ਕਰਦੇ ਹਾਂ, ਮਾਮਾ ਸਿੱਧਾ ਸ਼ਬਦ ਸੀਗਾ, ਹੁਣ ਅਸੀਂ ਪਿੰਡ ਦੇ ਵਿੱਚ ਮਾਮੇ ਨੂੰ ਮਾਮੂ ਬਣਾਤਾ, ਚਾਚੇ ਨੂੰ ਚਾਚੂ ਬਣਾਤਾ। ਮਤਲਬ ਕਿੱਦਾਂ ਦੀਆਂ ਗੱਲਾਂ ਨੇ, ਬੜਾ ਅਜੀਬ ਲੱਗਦਾ ਹੈਗਾ ਕਿਤੇ। ਇਹ ਵੀ ਇੱਕ ਕਾਰਨ। ਔਰ ਦੂਜਾ ਇਹਦੇ ਨਾਲ ਜੁੜਦੀ ਗੱਲ ਇਹ ਆ ਕਿ ਇਹ ਕਿਹੋ ਜਿਹਾ ਦਿਮਾਗ ਇਸ ਤਰ੍ਹਾਂ ਦੇ, ਉਹ ਸਾਈਕੀ ਕਿਹੋ ਜਿਹੀ ਬਣ ਗਈ ਉਹਨਾਂ ਦੀ, ਇਹਦੇ ਕਾਰਨ ਕੀ ਰਿਹਾ ਜ਼ਿਆਦਾ, ਤੁਹਾਨੂੰ ਕੀ ਨਜ਼ਰ ਆਉਂਦੇ ਨੇ? ਪਹਿਲਾਂ ਤਾਂ ਮੈਂ ਇਸੇ ਗੱਲ ਨਾਲ ਸੰਬੰਧਿਤ ਇੱਕ ਸ਼ਾਇਰ ਦੀਆਂ ਦੋ ਲਾਈਨਾਂ ਕਵਾਂਗਾ। ਬਹੁਤ ਉਹਨਾਂ ਨੇ ਸਾਨੂੰ ਹਲੂਣਾ ਦਿੱਤਾ ਕਿ ਮਾਂ ਬੋਲੀ ਜੇ ਭੁੱਲ ਜਾਓਗੇ ਕੱਖਾਂ ਵਾਂਗੂ ਰੁੱਲ ਜਾਓਗੇ। ਔਰ ਅਸੀਂ ਅੱਜ ਕੱਖਾਂ ਵਾਂਗ ਰੁੱਲ ਰਹੇ ਹਾਂ। ਅਸੀਂ ਜਾਵਾਂਗੇ ਨਹੀਂ, ਫਿਊਚਰ ਦੀ ਮੈਂ ਗੱਲ ਨਹੀਂ ਕਰ ਰਿਹਾ, ਭਵਿੱਖ ਦੀ ਗੱਲ ਨਹੀਂ ਕਰ ਰਿਹਾ, ਮੈਂ ਅੱਜ ਵਰਤਮਾਨ ਦੀ ਗੱਲ ਕਰ ਰਿਹਾ ਕਿ ਅੱਜ ਅਸੀਂ ਕੱਖਾਂ ਵਾਂਗ ਰੁੱਲ ਰਹੇ ਹਾਂ। ਕਿਉਂਕਿ ਪੰਜਾਬੀ ਜ਼ੁਬਾਨ ਨੂੰ ਕੋਈ ਨਹੀਂ ਪੁੱਛਦਾ। ਪੰਜਾਬੀ ਜ਼ੁਬਾਨ ਦੀ ਅਸੀਂ ਮਤਲਬ ਇਹ ਕੋਈ ਮਾਣ ਨਹੀਂ ਮਹਿਸੂਸ ਕਰਦੇ। ਅਸੀਂ ਸਗੋਂ ਥੋੜਾ ਜਿਹਾ ਆਪਣੇ ਆਪ ਨੂੰ, ਜਦੋਂ ਅਸੀਂ ਕਹਿੰਦੇ ਹਾਂ ਕਿ ਮੈਂ ਪੰਜਾਬੀ ਦਾ ਪ੍ਰੋਫੈਸਰ ਹਾਂ, ਅਸੀਂ ਕੋਈ ਸਾਡੇ ਮਾਣ ਨਹੀਂ ਹੁੰਦਾ। ਅਸੀਂ ਕਹਿੰਦੇ ਕਿ ਥੋੜਾ ਨੀਚੇ ਆ ਕੇ ਦੇਖਦੇ ਹਾਂ ਵੀ ਮੈਂ ਪੰਜਾਬੀ ਦਾ ਅਧਿਆਪਕ ਹਾਂ, ਮੈਂ ਪੰਜਾਬੀ ਪੜਾਉਣਾ, ਮੈਂ ਆਪਣੇ ਅਸੀਂ ਇਸੇ ਕੰਪਲੈਕਸ ਦੇ ਵਿੱਚੋਂ ਅਸੀਂ ਆਪਣੀਆਂ ਜਿਹੜੀਆਂ ਨੇਮ ਪਲੇਟਾਂ ਨੇ ਉਹ ਮਤਲਬ ਅੰਗਰੇਜ਼ੀ ਚ ਲਾਈਆਂ ਹੋਈਆਂ ਨੇ। ਅਸੀਂ ਵਿਆਹ ਦੇ ਕਾਰਡ ਨੇ ਉਹ ਸਾਡੇ ਅੰਗਰੇਜ਼ੀ ਚ ਆ ਰਹੇ ਨੇ। ਔਰ ਇਸੇ ਦਾ ਨਤੀਜਾ ਹੈ ਕਿ ਅਸੀਂ ਆਪਣੇ ਸ਼ਬਦਾਂ ਬਾਰੇ ਜਿਹੜਾ ਤੁਸੀਂ ਸਵਾਲ ਉਠਾਇਆ ਸੀਗਾ, ਅਸੀਂ ਪੰਜਾਬੀ ਜ਼ੁਬਾਨ ਦੇ ਜਿਹੜੇ ਬਹੁਤ ਖੂਬਸੂਰਤ ਸ਼ਬਦ ਨੇ ਉਹਨਾਂ ਨੂੰ ਅਸੀਂ ਵਿਗਾੜ ਰਹੇ ਹਾਂ। ਕਿਉਂਕਿ ਸਾਨੂੰ ਸਾਡੇ ਉੱਤੇ ਪੰਜਾਬੀ ਭਾਸ਼ਾ ਦੀ ਜਿਹੜੀ ਇੱਕ ਹੋਣੀ ਚਾਹੀਦੀ ਹੈ ਕਿ ਇਹ ਸਾਡੀ ਖੂਬਸੂਰਤੀ ਹੈ। ਜਦੋਂ ਅਸੀਂ ਪੁਰਾਣੇ ਸ਼ਬਦਾਂ ਨੂੰ ਵਰਤਦੇ ਹਾਂ ਜਾਂ ਵੱਖ-ਵੱਖ ਜਿਹੜੀਆਂ ਉਪ ਭਾਸ਼ਾਵਾਂ ਨੇ ਉਹਨਾਂ ਦੇ ਸ਼ਬਦਾਂ ਨੂੰ ਅਸੀਂ ਵਰਤਦੇ ਹਾਂ, ਤਾਂ ਇੱਕ ਸਾਨੂੰ ਮਾਣ ਮਹਿਸੂਸ ਹੋਣਾ ਚਾਹੀਦਾ। ਉਹ ਅਸੀਂ ਮਾਣ ਮਹਿਸੂਸ ਨਾ ਕਰਨ ਦੀ ਬਜਾਏ ਅਸੀਂ ਸਗੋਂ ਕੰਪਲੈਕਸ ਆਪਣੇ ਆਪ 'ਚ ਲੈ ਕੇ ਆਉਣੇ ਆ ਤੇ ਉਹਦੇ ਵਿੱਚੋਂ ਜਿਹੜੀ ਉਸ ਸਾਈਕੀ ਵਿੱਚੋਂ, ਉਸ ਮਾਨਸਿਕਤਾ ਵਿੱਚੋਂ ਜਿਹੜੇ ਨੇ ਉਹ ਸ਼ਬਦਾਂ ਦੀ ਜਿਹੜਾ ਵਿਗਾੜ ਪੈਦਾ ਹੁੰਦਾ ਹੈ। ਕਿਉਂਕਿ ਅਸੀਂ ਅੰਗਰੇਜ਼ੀ ਦੀ ਨਕਲ ਕਰਨ ਜਾ ਰਹੇ ਹਾਂ। ਅੰਗਰੇਜ਼ੀ ਭਾਸ਼ਾ ਦੇ ਵਿੱਚ ਇਹ ਚੀਜ਼ਾਂ ਚੱਲਦੀਆਂ ਨੇ। ਜਦੋਂ ਅੰਗਰੇਜ਼ੀ ਤੋਂ ਇੱਥੋਂ ਆਉਂਦਾ ਹੈ, ਹੁਣ ਵੀਕ ਹੈ, ਪੰਜਾਬੀ 'ਚ ਕੋਈ ਹਫਤਾ ਨਹੀਂ ਕਹਿੰਦਾ,
ਜਦੋਂ ਤੁਸੀਂ ਬਾਹਰ ਜਾਂਦੇ ਹੋ ਉਹ ਕਹਿੰਦੇ ਵੀਕਾਂ 'ਚ ਇੱਕ ਵੀਕ ਹੈ ਜਾਂ ਵੀਕ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉੱਥੋਂ ਜਿਹਦਾ ਅਸਰ ਅੰਦਾਜ਼ ਹੋ ਰਹੀਆਂ ਨੇ। ਔਰ ਉਹਦਾ ਨਤੀਜਾ ਹੈ ਕਿ ਅਸੀਂ ਪੰਜਾਬੀ ਸ਼ਬਦ ਜਿਹੜੇ ਨੇ ਸਾਡੇ ਜਿਹੜੇ ਬਹੁਤ, ਜਿਨ੍ਹਾਂ ਨੂੰ ਬਾਬਾ ਨਾਨਕ ਗੁਰਬਾਣੀ ਦੇ ਵਿੱਚ ਖੂਬਸੂਰਤੀ ਦੇ ਨਾਲ, ਜੇ ਬਾਬੇ ਨਾਨਕ ਵਰਗੇ, ਬੁੱਲੇ ਸ਼ਾਹ ਵਰਗੇ ਜਿਹੜੇ ਵੱਡੇ ਲੋਕ ਨੇ, ਉਹ ਜੇ ਪੰਜਾਬੀ ਭਾਸ਼ਾ ਦੀ ਵਰਤੋਂ ਖੂਬਸੂਰਤੀ ਦੇ ਨਾਲ ਕਰ ਸਕਦੇ ਆ, ਤਾਂ ਸਾਡੇ ਅੱਜ ਦੇ ਬੱਚੇ ਕਿਉਂ ਨਹੀਂ ਕਰ ਸਕਦੇ? ਕਿਉਂਕਿ ਅਸੀਂ ਉਹਨਾਂ ਨੂੰ ਵਿਰਾਸਤ ਨਾਲੋਂ ਤੋੜ ਚੁੱਕੇ ਹਾਂ। ਇਸੇ ਕਰਕੇ ਅਸੀਂ ਭਾਸ਼ਾਵਾਂ ਦੇ ਵਿੱਚ ਔਰ ਸ਼ਬਦਾਂ ਦੇ ਵਿੱਚ ਵਿਗਾੜ ਪੈਦਾ ਕਰ ਰਹੇ ਹਾਂ। ਡਾਕਟਰ ਸਾਹਿਬ, ਜਦੋਂ ਤੁਸੀਂ ਆਪਣੇ ਬਚਪਨ ਦੀਆਂ ਗੱਲਾਂ ਆਪਾਂ ਕਰਦੇ ਆ, ਇਹ ਸਾਡੇ ਲਈ ਚਿੰਤਾ ਦਾ ਵਿਸ਼ਾ ਕਿ ਉਹ ਜ਼ਮਾਨੇ 'ਚ ਫੱਟੀਆਂ ਦੇ ਉੱਤੇ ਬਿਲਕੁਲ ਅਸੀਂ ਤਾਂ ਵੱਡੀ ਉਹ ਫੱਟੀਆਂ ਦੇ ਗਾਜਨੀ ਦੇ ਨਾਲ ਉਹਨੂੰ ਪਹਿਲਾਂ ਸ਼ਿੰਗਾਰੀ ਦਾ ਸੀਗਾ, ਬਹੁਤ ਪੋਚ ਕੇ, ਮਤਲਬ ਉਹਨੂੰ ਬੜਾ, ਪਹਿਲਾਂ ਤਾਂ ਉਹਦੇ ਤੇ ਉਹ ਗਾਜਨੀ ਵੀ ਵੱਖਰੀ ਕਈ ਤਰ੍ਹਾਂ ਦੀ ਹੁੰਦੀ ਸੀ। ਔਰ ਉਹਦੇ ਵਿੱਚ ਅਸੀਂ ਜਦੋਂ ਕਲਮ ਔਰ ਦਵਾਤ ਔਰ ਕਈ ਦਿਨ ਉਹ ਲਗਾਤਾਰ ਜਿਹੜੀ ਸ਼ਾਹੀ ਸੀ ਉਹ ਬਣਾਈ ਦੀ ਸੀਗੀ। ਔਰ ਉਹ ਸਾਰੀਆਂ ਚੀਜ਼ਾਂ ਜਦੋਂ ਅਸੀਂ ਉਹਦੇ ਨਾਲੋਂ ਟੁੱਟ ਗਏ, ਉਸ ਕਿਰਤ ਨਾਲੋਂ ਅਸੀਂ ਟੁੱਟ ਗਏ, ਉਸ ਐਜੂਕੇਸ਼ਨ ਨਾਲੋਂ ਟੁੱਟ ਗਏ, ਉਹਦੇ ਨਾਲ ਕੀ ਹੋ ਗਿਆ ਕਿ ਜਦੋਂ ਅਸੀਂ ਨੌਜਵਾਨਾਂ ਨੂੰ ਕਲਪਨਾ ਨਾਲੋਂ ਤੋੜਤਾ, ਜਦੋਂ ਕਲਮ ਔਰ ਦਿਮਾਗ ਦਾ ਜਿਹੜਾ ਸੰਬੰਧ ਸੀਗਾ ਜਦੋਂ ਟੁੱਟ ਗਿਆ, ਤਾਂ ਜਦੋਂ ਇਹ ਕੰਪਿਊਟਰਾਈਜ਼ਡ ਐਜੂਕੇਸ਼ਨ ਹੋਣੀ ਸ਼ੁਰੂ ਹੋ ਗਈ, ਤਾਂ ਅਸੀਂ ਆਪਣੀ ਜ਼ੁਬਾਨ ਨਾਲੋਂ, ਆਪਣੇ ਸੱਭਿਆਚਾਰ ਨਾਲੋਂ ਉਸੇ ਵੇਲੇ ਹੀ ਟੁੱਟ ਗਏ। ਬਿਲਕੁਲ ਉਸ ਸੁਮੇਲ ਦੀ ਖੂਬਸੂਰਤੀ ਇਹ ਸੀਗੀ ਕਿ ਉਹਦੇ ਵਿੱਚੋਂ ਵੱਡੇ ਵੱਡੇ ਫਿਲਾਸਫਰ ਨਿਕਲਦੇ ਸੀਗੇ, ਵੱਡੇ ਵੱਡੇ ਲੇਖਕ ਨਿਕਲਦੇ ਸੀ, ਵੱਡੇ ਵੱਡੇ ਸਾਹਿਤਕਾਰ ਉਸ ਸੱਭਿਆਚਾਰ ਚੋਂ ਨਿਕਲਦੇ ਸੀਗੇ। ਜਦੋਂ ਸਾਡੇ ਕੋਲ ਹੁਣ ਨੈਟ ਆ ਗਿਆ, ਸਾਡੇ ਕੋਲ ਮੋਬਾਈਲ ਆ ਗਿਆ, ਉਹ ਸਾਰੀਆਂ ਚੀਜ਼ਾਂ, ਉਹ ਵਿਰਾਸਤ ਸਾਡੀ ਇਸ ਚੀਜ਼ ਨੇ ਖਤਮ ਕਰ ਦਿੱਤੀ। ਬਿਲਕੁਲ। ਅੱਛਾ, ਇੱਥੇ ਇੱਕ ਥੋੜਾ ਜਿਹਾ ਅਸੀਂ ਨਜ਼ਰੀਆ ਪਾਵਾਂਗੇ, ਐਜੂਕੇਸ਼ਨ, ਪੰਜਾਬ ਸਕੂਲ ਸਿੱਖਿਆ ਬੋਰਡ ਦੀ ਗੱਲ ਕਰਦੇ ਹਾਂ, ਉਹ ਕਿੱਥੇ ਖੜਾ ਹੈਗਾ? ਇਹ ਕਿਉਂ ਫੱਟੀਆਂ ਸਕੂਲਾਂ 'ਚ ਅੱਜ ਕੱਲ੍ਹ ਲੱਗਦੀਆਂ ਨਹੀਂ? ਪ੍ਰਾਇਮਰੀ ਦਾ ਉਹ ਸਾਰਾ ਹੀ ਜਿਹੜਾ ਸੀਗਾ ਪੁਰਾਣਾ, ਉਹ ਇੱਕ ਵਿਰਾਸਤ, ਇੱਕ ਉਹ ਜਿਹੜਾ ਸਕਾਫਤ ਸੀ ਸਾਡੀ, ਬਦਲ ਦਿੱਤੀ ਹੈ। ਕੀ ਲੱਗਦਾ ਤੁਹਾਨੂੰ? ਮੈਨੂੰ ਇਹ ਲੱਗਦਾ ਕਿ ਜੇ ਆਪਾਂ ਸਕੂਲਾਂ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਜਿਹੜਾ ਮਨੁੱਖ ਦੀ ਜਿਹੜੀ ਪ੍ਰਵਿਰਤੀ ਹੈ ਉਹ ਹੈ ਕਿ ਔਖੇ ਤੋਂ ਸੌਖਾ ਹੋਣ ਦੀ। ਉਹਨਾਂ ਨੇ ਸੌਖੇ ਤਰੀਕੇ ਲੱਭ ਲਏ। ਉਹਨਾਂ ਨੇ ਲੱਭਿਆ ਕਿ ਹੁਣ ਮੰਨ ਲਓ ਅਸੀਂ ਕਿਸੇ ਵੇਲੇ ਜਿਹੜਾ ਅਸੀਂ ਫੱਟਿਆਂ ਦੀ ਤੁਸੀਂ ਗੱਲ ਕੀਤੀ ਹੈ ਜੀ, ਅੱਛਾ ਮੈਂ ਨਾਲ ਗੱਲ ਟੋਕ ਰਿਹਾ ਵਿੱਚ ਸਲੇਟ ਦੀ ਗੱਲ, ਮੈਨੂੰ ਸਲੇਟ ਨਾਲ ਹੀ ਸਲੇਟਾਂ ਦੀ ਹੁੰਦੀ ਸੀਗੀ, ਉਹ ਵੀ ਨਜ਼ਰ ਨਹੀਂ ਆਉਂਦੀ, ਉਹ ਵੀ ਨਜ਼ਰ ਨਹੀਂ ਆਉਂਦੀ। ਔਰ ਇਹ ਸਲੇਟਾਂ ਦੇ ਰਾਹੀਂ ਸਾਡੀ ਜਿਹੜੀ ਲਿਖਾਈ ਸੀ, ਅੱਜ ਤੁਸੀਂ ਬੱਚਿਆਂ ਦੀ ਲਿਖਾਈ ਦੇਖੋ ਔਰ ਉਸ ਵੇਲੇ ਦੇ ਬੱਚਿਆਂ ਦੀ ਲਿਖਾਈ ਦੇਖੋ, ਤੁਹਾਨੂੰ ਜ਼ਮੀਨ ਅਸਮਾਨ ਦਾ ਫਰਕ ਦਿਖਦਾ। ਬਿਲਕੁਲ ਬਿਲਕੁਲ। ਅੱਜ ਦੇ ਬੱਚਿਆਂ ਦੀ ਜਿਹੜੀ ਲਿਖਾਈ ਆ ਉਹ ਸਮਝ ਹੀ ਨਹੀਂ ਪੈ ਸਕਦੀ, ਉਹ ਉਹਨਾਂ ਨੂੰ ਵੀ ਨਹੀਂ ਸਮਝ ਪੈਂਦੀ, ਬੱਚਿਆਂ ਨੂੰ ਵੀ ਖੁਦ ਦੀ ਲਿਖੀ ਉਹ ਲਿਖਾਈ। ਉਹਦਾ ਕਾਰਨ ਇਹ ਹੈ ਕਿ ਉਹਨਾਂ ਨੂੰ ਜਿਹੜੀ ਉਹਨਾਂ ਦੀ ਟ੍ਰੇਨਿੰਗ ਹੈ, ਪ੍ਰਾਇਮਰੀ ਸਿੱਖਿਆ ਦੀ ਟ੍ਰੇਨਿੰਗ ਜਿਹੜੀ ਹੈਗੀ ਹੈ, ਉਹ ਉਸ ਕਿਸਮ ਦੀ ਨਾਲ ਨਹੀਂ ਹੋ ਰਹੀ ਜਿੱਦਾਂ ਦੀ ਹੋਣੀ ਚਾਹੀਦੀ ਹੈ, ਜਿੱਦਾਂ ਦੀ ਮੰਗ ਕਰਦੀ ਹੈ। ਜੇ ਅਸੀਂ ਬੱਚਿਆਂ ਨੂੰ ਉਹਨਾਂ ਦੀ ਕਲਪਨਾਸ਼ੀਲਤਾ ਦੇ ਨਾਲ ਜੋੜਾਂਗੇ, ਜੇ ਉਹਨਾਂ ਦੀ ਲਿਖਾਈ ਨੂੰ ਵਧੀਆ ਬਣਾਉਣ ਦੇ ਤਰੀਕੇ ਲੱਭਾਂਗੇ, ਤਾਂ ਸਾਨੂੰ ਸਾਡੇ ਲਈ ਸਲੇਟ ਔਰ ਸਾਡੇ ਲਈ ਉਹ ਜਿਹੜੀ ਫੱਟੀ ਹੈ ਉਹਦੇ ਉੱਤੇ ਸਾਨੂੰ ਲਿਖਵਾਉਣਾ ਪਏਗਾ, ਤਾਂ ਹੀ ਉਹਨਾਂ ਦੀ ਜਿਹੜੀ ਹੈਗੀ ਹੈ ਲਿਖਾਈ ਜਿਹੜੀ ਹੈ ਉਹਦੇ ਵਿੱਚ ਬਹੁਤ ਚਮਕ ਆਏਗੀ। ਸੋ ਉਸ ਨਾਲੋਂ ਸਾਨੂੰ ਤੋੜਿਆ। ਇਹਦੇ ਵਿੱਚ ਤਕਨੀਕ ਦਾ ਜਿਹੜਾ ਰੋਲ ਹੈਗਾ, ਇਹ ਬਹੁਤ ਮੈਨੂੰ ਲੱਗਦਾ ਕਿ ਨੈਗੇਟਿਵ ਰੋਲ ਹੈ। ਲੱਗਦਾ ਕਿ ਸਾਨੂੰ ਉਸ ਪਾਸੇ ਜਿਹੜਾ ਹੈਗਾ ਵਾਪਸ ਸਾਨੂੰ ਮੁੜਨਾ ਪਏਗਾ, ਕਿਉਂਕਿ ਉਹ ਵੇਲਾ ਸੀਗਾ ਕਿ ਜਦੋਂ ਅੱਜ ਤੋਂ 30 ਸਾਲ ਪਹਿਲਾਂ ਪੰਜਾਬ ਦੇ ਆਮ ਪ੍ਰਾਇਮਰੀ ਸਕੂਲਾਂ ਦੇ ਵਿੱਚ ਜਿਹੜੀ ਫੱਟੀ ਸੀਗੀ ਉਹ ਲਿਖੀ ਜਾਂਦੀ ਸੀ, ਸਲੇਟ ਹੁੰਦੀ ਸੀ, ਸਲੇਟੀ ਨਾਲ ਲਿਖਿਆ ਜਾਂਦਾ ਸੀ, ਔਰ ਫੱਟੀ ਦੇ ਉੱਤੇ ਖਾਸ ਤੌਰ ਤੇ ਜਿਹੜੇ ਸਾਡੇ ਉਸਤਾਦ ਸੀਗੇ ਉਹ ਪੂਰਨੇ ਵੀ ਪਾ ਕੇ ਦਿੰਦੇ ਹੁੰਦੇ ਸੀ। ਇਹਦੇ ਬਾਰੇ ਬੜੀਆਂ ਸੋਹਣੀਆਂ ਕਵਿਤਾਵਾਂ ਵੀ ਹੁੰਦੀਆਂ ਸੀ, ਸੂਰਜਾ ਸੂਰਜਾ ਫੱਟੀ ਸਕਾ, ਸਾਡੀ ਕੋਠੀ ਦਾਣੇ ਪਾ। ਇਦਾਂ ਦੇ ਮਤਲਬ ਲੋਕ ਕੁਦਰਤ ਨਾਲ, ਬੱਚੇ ਜਿਹੜੇ ਸੀਗੇ ਨੇਚਰ ਨਾਲ ਜੁੜਦੇ ਸੀ, ਕੁਦਰਤ ਨਾਲ ਜੁੜ ਕੇ ਗੱਲਾਂ ਬਾਤਾਂ ਕਰਦੇ ਸੀ। ਉਹ ਸਾਰਾ ਟੁੱਟ ਗਿਆ ਹੈ, ਸਾਰਾ ਮਨੁੱਖ ਟੁੱਟ ਗਿਆ ਹੈ। ਬਿਲਕੁਲ। ਡਾਕਟਰ ਸਾਹਿਬ, ਗੱਲਾਂ ਕਰਨ ਦੇ ਨਾਲ ਨਾਲ ਇੱਕ ਹੋਰ ਮੈਨੂੰ ਯਾਦ ਹੈ ਕਿ ਸਾਹਿਤਕਾਰੀ ਦੀ ਆਪਾਂ ਗੱਲ ਕਰਦੇ ਪਏ ਹੈਗੇ ਆ, ਨੌਜਵਾਨ ਬੱਚਿਆਂ ਨੂੰ ਔਰ ਖਾਸ ਤੌਰ ਤੇ ਜਿਹੜੇ ਵਿਦਿਆਰਥੀ ਵਰਗ ਆ ਉਹਨਾਂ ਤੇ ਜਿਹੜਾ ਉਸ ਤੋਂ ਅਗਾਂਹ ਵਰਗ ਉਹ ਬੈਠਾ ਹੈਗਾ, ਜਿਹੜਾ ਪਿੰਡਾਂ ਵਿੱਚ ਬੈਠਾ ਹੈਗਾ, ਵੇਲੇ ਢਾਣੀਆਂ 'ਚ ਬੈਠਾ ਹੈਗਾ, ਉਹ ਸਾਹਿਤ ਨਾਲ ਬਿਲਕੁਲ ਟੁੱਟੇ ਹੋਏ ਆ। ਕਿਸ ਤਰੀਕੇ ਉਹਨਾਂ ਨੂੰ ਜੋੜਿਆ ਜਾ ਸਕਦਾ ਹੈਗਾ? ਕਿਉਂਕਿ ਆਮ ਤੌਰ ਤੇ ਉਹਨਾਂ ਦਾ ਸਵਾਲ ਹੁੰਦਾ ਜੀ ਕਿੱਦਾਂ ਦੀ ਜੇ ਕਿਤਾਬਾਂ ਪੜ੍ਹੀਏ ਤੇ ਕਿੱਦਾਂ ਦੀ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ। ਬਿਲਕੁਲ। ਦੇਖੋ, ਇਸ ਵੇਲੇ ਪੰਜਾਬੀ ਦੇ ਵਿੱਚ ਭਰਪੂਰ ਖਜ਼ਾਨਾ ਹੈ। ਜਿਸ ਤਰ੍ਹਾਂ ਦਾ ਵੀ ਪਾਠਕ ਹੈ, ਜਿੱਦਾਂ ਦੇ ਵੀ ਉਹਨਾਂ ਦਾ ਸਟੈਂਡਰਡ ਹੈ, ਸੋਚਣ ਦਾ ਤਰੀਕਾ ਹੈ, ਉਸ ਕਿਸਮ ਦੀਆਂ ਕਿਤਾਬਾਂ ਮੌਜੂਦ ਨੇ। ਜੇ ਉਹ ਬੱਚਿਆਂ ਲਈ, ਤਾਂ ਬੱਚਿਆਂ ਲਈ ਕਿਤਾਬਾਂ ਬਹੁਤ ਛਪੀਆਂ ਨੇ, ਨੌਜਵਾਨਾਂ ਲਈ, ਵਾਤਾਵਰਣ ਲਈ, ਸਿਹਤ ਵਾਸਤੇ, ਸਾਹਿਤ ਵਾਸਤੇ ਅਨੇਕਾਂ ਹੀ ਵਿਸ਼ੇ ਨੇ ਜਿਨ੍ਹਾਂ ਦੀਆਂ ਕਿਤਾਬਾਂ ਪੰਜਾਬੀ ਵਿੱਚ ਉਪਲਬਧ ਨੇ। ਹੁਣ ਸਵਾਲ ਹੈ ਵੀ ਉਹ ਪਹੁੰਚਣ ਕਿਵੇਂ।
ਉਹਨਾਂ ਜਿਹੜੇ ਸੱਥਾਂ ਦੀ ਤੁਸੀਂ ਗੱਲ ਕੀਤੀ ਹੈ, ਉਹਨਾਂ ਚੋਂ ਤਾਂ ਹੀ ਪਹੁੰਚ ਸਕਦੀਆਂ ਨੇ ਜੇ ਅਸੀਂ ਪਿੰਡ ਪਿੰਡ ਜਾ ਕੇ, ਮਹੱਲੇ ਮਹੱਲੇ ਜਾ ਕੇ ਅਸੀਂ ਲਾਇਬ੍ਰੇਰੀਆਂ ਸਥਾਪਿਤ ਕਰਾਂਗੇ। ਉਹਦੇ ਲਈ ਧਨ ਦੌਲਤ ਚਾਹੀਦੀ ਹੈ, ਕਮਿਟਮੈਂਟ ਚਾਹੀਦੀ ਹੈ, ਹੋਰ ਬਹੁਤ ਸਾਰੀਆਂ ਚੀਜ਼ਾਂ, ਇਨਫਰਾਸਟ੍ਰਕਚਰ ਚਾਹੀਦਾ। ਉਹ ਕਿੱਥੋਂ ਆਏਗਾ? ਉਹ ਸਰਕਾਰਾਂ ਦੀ ਜਿਹੜੀ ਹੈ ਮਿਹਰਬਾਨੀ ਦੀ ਬਦੌਲਤ ਆ ਸਕਦਾ ਹੈ। ਜਿੰਨੀ ਦੇਰ ਸਰਕਾਰਾਂ ਉਹਦੇ ਲਈ ਕੋਸ਼ਿਸ਼ ਨਹੀਂ ਕਰਨਗੀਆਂ, ਸਰਕਾਰਾਂ ਦੀਆਂ ਜਿਹੜੀਆਂ ਨੇ ਨੀਤੀਆਂ ਉਹ ਨਹੀਂ ਅਸੀਂ ਲਾਗੂ ਕਰਾਂਗੇ ਕਿ ਪਿੰਡ ਪਿੰਡ ਦੇ ਵਿੱਚ ਲਾਇਬ੍ਰੇਰੀ ਹੋਣੀ ਚਾਹੀਦੀ ਹੈ ਔਰ ਸੱਥਾਂ ਦੇ ਵਿੱਚ ਲਾਇਬ੍ਰੇਰੀ ਹੋਣੀ ਚਾਹੀਦੀ ਹੈ। ਔਰ ਇੱਥੋਂ ਤੱਕ ਕਿ ਮੈਂ SGPC ਨੂੰ ਬੇਨਤੀ ਕਰਾਂਗਾ, ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਕਿ ਉਹਨਾਂ ਦਾ ਅਰਬਾਂ ਰੁਪਏ ਦਾ ਬਜਟ ਹੈ, ਜੇ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਨਾਲ ਲਾਇਬ੍ਰੇਰੀਆਂ ਸਥਾਪਿਤ ਕਰ ਦੇਣ ਤਾਂ ਉਹਦੇ ਨਾਲ ਪੰਜਾਬ ਦਾ ਬਹੁਤ ਵੱਡਾ ਭਲਾ ਹੋ ਸਕਦਾ ਹੈ। ਤੋ ਇਸ ਕਰਕੇ ਸਾਡੇ ਪਿੰਡਾਂ ਦੇ ਵਿੱਚ ਗੁਰਦੁਆਰੇ ਮੈਨੂੰ ਲੱਗਦਾ ਕਈ ਨੇ, ਔਰ ਇੱਥੋਂ ਤੱਕ ਕਿ ਮੈਨੂੰ ਕਹਿਣਾ ਨਹੀਂ ਚਾਹੀਦਾ ਪਰ ਜਾਤਾਂ ਪਾਤਾਂ ਨਾਲ ਸੰਬੰਧਿਤ ਗੁਰਦੁਆਰਾ ਸਾਹਿਬ ਬਣੇ ਹੋਏ ਨੇ, ਬਹੁਤ ਜ਼ਿਆਦਾ, ਠੀਕ ਹੈ ਨਾ। ਸੋ ਇਸ ਕਰਕੇ ਅਸੀਂ ਇਹ ਤਹਈਆ ਕਰੀਏ, ਪੰਜਾਬੀਆਂ ਦੀ ਲੋੜ ਹੈ ਕਿ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਲਾਇਬ੍ਰੇਰੀ ਜ਼ਰੂਰ ਸਥਾਪਿਤ ਜਿਹੜੀ ਹੈਗੀ ਹੋਣੀ ਚਾਹੀਦੀ ਹੈ, ਤਾਂ ਕਿ ਉਹ ਲਿਟਰੇਚਰ ਜਿਹੜਾ, ਸਾਹਿਤ ਜਿਹੜਾ ਹੈਗਾ, ਉਹ ਪਿੰਡਾਂ ਦੀਆਂ ਸੱਥਾਂ ਤੱਕ ਪਹੁੰਚ ਸਕੇ। ਬਿਲਕੁਲ। ਪੰਜਾਬੀ ਜ਼ੁਬਾਨ ਨੂੰ ਤੁਸੀਂ ਕਿਤਾਬਾਂ ਦਿੱਤੀਆਂ ਨੇ, ਕਿਹੜੇ ਉਹ ਪੱਖ ਸੀਗੇ ਜਿਨ੍ਹਾਂ ਦੇ ਉੱਤੇ ਤੁਸੀਂ ਲਿਖੀਆਂ ਨੇ, ਤੇ ਉਹ ਕਿਤਾਬਾਂ ਦਾ ਜ਼ਿਕਰ ਸਾਡੇ ਦਰਸ਼ਕਾਂ ਨਾਲ ਜ਼ਰੂਰ ਕਰੋ। ਜ਼ਰੂਰ। ਮੇਰੀਆਂ ਲਗਭਗ 2 ਦਰਜਨ ਪੁਸਤਕਾਂ ਹੁਣ ਤੱਕ ਪ੍ਰਕਾਸ਼ਿਤ ਹੋ ਚੁੱਕੀਆਂ ਨੇ, ਜਿਹਦੇ ਵਿੱਚ ਮੇਰਾ ਜਿਹੜਾ ਬੁਨਿਆਦੀ ਫੋਕਸ ਹੁੰਦਾ ਹੈ ਉਹ ਸਮਾਜ ਬਾਰੇ, ਪੰਜਾਬੀ ਸਮਾਜ ਬਾਰੇ, ਭਾਰਤੀ ਸਮਾਜ ਬਾਰੇ ਔਰ ਸਿਆਸਤ ਬਾਰੇ। ਮੇਰੀ ਜਿਹੜੀ PhD ਦਾ ਵਿਸ਼ਾ ਰਿਹਾ ਉਹ ਸਿਆਸਤ ਅਤੇ ਸਾਹਿਤ ਦਾ ਸੁਮੇਲ ਰਿਹਾ, ਔਰ ਨਾਲ ਹੀ ਤੀਸਰਾ ਜਿਹੜਾ ਮੇਰਾ ਮਹੱਤਵਪੂਰਨ ਵਿਸ਼ਾ ਹੁੰਦਾ ਹੈ ਉਹ ਸਾਹਿਤ ਹੁੰਦਾ ਹੈ। ਸੋ ਸਮਾਜ, ਸਿਆਸਤ ਅਤੇ ਸਾਹਿਤ ਨਾਲ ਸੰਬੰਧਿਤ ਮੇਰੀਆਂ ਲਗਭਗ 2 ਦਰਜਨ ਕਿਤਾਬਾਂ ਜਿਹੜੀਆਂ ਨੇ ਉਹ ਕਾਫੀ ਮਕਬੂਲ ਵੀ ਹੋਈਆਂ ਨੇ, ਔਰ ਉਹਨਾਂ ਦੀਆਂ ਕਈ ਐਡੀਸ਼ਨਸ ਜਿਹੜੀਆਂ ਨੇ 4-4 5-5 ਐਡੀਸ਼ਨਸ ਹੁਣ ਤੱਕ ਛਪ ਚੁੱਕੀਆਂ ਨੇ ਕਿਤਾਬਾਂ ਦੀਆਂ। ਸੋ ਉਹ ਲਗਾਤਾਰ ਪਿਛਲੇ 20 ਕੁ ਸਾਲਾਂ ਤੋਂ ਮੇਰਾ ਲਿਖਣ ਪੜ੍ਹਨ ਦਾ ਕੰਮ ਜਾਰੀ ਹੈ, ਤੇ ਇਨਸ਼ਾਅੱਲਾ ਮੈਂ ਕੋਸ਼ਿਸ਼ ਕਰਾਂਗਾ ਕਿ ਇਸੇ ਤਰ੍ਹਾਂ ਦਾ ਸਿਲਸਿਲਾ ਮੈਂ ਆਪਣੇ ਪਾਠਕਾਂ ਨੂੰ, ਆਪਣੇ ਜਿਹੜੇ ਸੁਣਨ ਵਾਲੇ ਸਰੋਤਿਆਂ ਨੂੰ ਮੈਂ ਹੋਰ ਕਿਵੇਂ ਨਾ ਕਿਵੇਂ ਪੰਜਾਬੀ ਮਾਂ ਬੋਲੀ ਦੀ, ਪੰਜਾਬੀ ਸਾਹਿਤ ਦੀ, ਪੰਜਾਬੀ ਸਮਾਜ ਦੀ ਸੇਵਾ 'ਚ ਰਹਿ ਕੇ ਅਸੀਂ ਕੁਝ ਅੱਗੇ ਇਹਨੂੰ ਵਧਾ ਸਕੀਏ, ਇਹਦੇ ਬਾਰੇ ਗੱਲ ਕਰ ਸਕੀਏ, ਸਰਕਾਰਾਂ ਤੱਕ ਗੱਲ ਪਹੁੰਚਾ ਸਕੀਏ। ਤੇ ਇਹ ਸਾਡੀ ਕੋਸ਼ਿਸ਼ ਇਹੀ ਹੁੰਦੀ ਆ, ਆਪਣੇ ਲੇਖਾਂ ਦੇ ਰਾਹੀਂ, ਆਰਟੀਕਲਾਂ ਦੇ ਰਾਹੀਂ ਜਾਂ ਕਿਤਾਬਾਂ ਦੇ ਰਾਹੀਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿਹੜਾ ਪੰਜਾਬ ਦਾ ਹਰ ਤਰ੍ਹਾਂ ਦਾ ਵਰਗ ਹੈ, ਨੌਜਵਾਨ ਵਰਗ, ਬਜ਼ੁਰਗਾਂ ਔਰ ਭੈਣਾਂ ਭਰਾਵਾਂ ਤੱਕ ਪਹੁੰਚਣ ਦਾ ਜਿਹੜਾ ਇੱਕ ਤਰੀਕਾ ਹੈ, ਉਹ ਅਸੀਂ ਕੋਸ਼ਿਸ਼ ਹੁੰਦੀ ਹੈ ਕਿ ਆਪਣੇ ਭਾਸ਼ਣਾਂ ਰਾਹੀਂ ਜਾਂ ਲੇਖਾਂ ਰਾਹੀਂ ਜਾਂ ਪੁਸਤਕਾਂ ਰਾਹੀਂ ਅਸੀਂ ਆਪਣੀ ਗੱਲ ਉਹਨਾਂ ਤੱਕ ਪਹੁੰਚਾ ਸਕੀਏ। ਜੀ। ਤੇ ਇੱਥੇ ਜਿਹੜੀ ਗੱਲ ਹੈ ਕਿ ਉਹਨਾਂ ਦੇ ਵਿੱਚੋਂ ਕੋਈ ਜਿਹੜੀ ਤੁਹਾਡੀ ਕਿਤਾਬ ਹੈ ਇਸ ਟਾਈਮ ਸਿਲੇਬਸ ਵਿੱਚ ਲੱਗੀ ਵੀ ਹੋਈ ਹੈ? ਮੈਨੂੰ ਇਹ ਕਹਿੰਦਿਆਂ ਬਹੁਤ ਖੁਸ਼ੀ ਹੁੰਦੀ ਹੈ ਕਿ ਮੈਂ ਤਾਂ ਬਿਲਕੁਲ, ਸਾਡਾ ਅਨਪੜ੍ਹ ਪਰਿਵਾਰ, ਮੇਰਾ ਪਿੰਡ ਲੌਂਗੋਵਾਲ ਹੈ, ਬਿਲਕੁਲ ਸਾਡਾ ਪਛੜਿਆ ਹੋਇਆ ਪਿੰਡ ਮੰਨਿਆ ਜਾਂਦਾ ਹੈ ਪੰਜਾਬ ਦਾ। ਉੱਥੋਂ ਉੱਠ ਕੇ ਆਏ ਔਰ ਪੜ੍ਹੇ ਲਿਖੇ, ਆਪਣਾ ਪੰਜਾਬ ਯੂਨੀਵਰਸਿਟੀ 'ਚ ਪੜ੍ਹੇ, ਉੱਥੋਂ ਹੀ PhD ਕੀਤੀ, ਔਰ ਮੇਰੀ ਆਪਣੀ ਜਿਹੜੀ ਹੈਗੀ ਹੈ ਕਿਤਾਬਾਂ ਦੇ ਉੱਤੇ, ਮੇਰੀ ਆਪਣੇ ਕੰਮ ਦੇ ਉੱਤੇ MPhil ਦਾ ਕੰਮ ਹੋ ਚੁੱਕਿਆ ਔਰ PhD ਦਾ ਕੰਮ ਹੋ ਚੁੱਕਿਆ, ਔਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਜਾਂ ਹੋਰ ਕੁਝ ਯੂਨੀਵਰਸਿਟੀਆਂ ਨੇ ਜਿੱਥੇ ਕੰਮ ਪਹਿਲਾਂ ਵੀ ਹੋਇਆ ਔਰ ਹੋਰ ਵੀ ਚੱਲ ਰਿਹਾ ਹੈ। ਇਹ ਮੇਰੇ ਲਈ, ਮੈਨੂੰ ਲੱਗਦਾ ਕਿ ਮਾਣ ਵਾਲੀ ਗੱਲ ਹੈ। ਅੱਛਾ, ਕਿਸ ਤਰ੍ਹਾਂ ਮਹਿਸੂਸ ਹੁੰਦਾ ਜਿੱਥੇ ਤੁਸੀਂ ਤਾਲਿਬ ਇਲਮ ਰਹੇ, ਉੱਥੇ ਪੜ੍ਹਾਈ ਕੀਤੀ, ਉੱਥੇ ਹੀ ਆ ਕੇ ਫਿਰ ਤੁਸੀਂ ਇੱਕ ਉਸਤਾਦ ਵਜੋਂ, ਇੱਕ ਗੁਰੂ ਵਜੋਂ ਆ ਕੇ ਤੁਸੀਂ ਉੱਥੇ ਸਿੱਖਿਆ ਦਾ ਦਾਨ ਦੇ ਰਹੇ ਹੋ? ਕਿਸ ਤਰ੍ਹਾਂ ਦਾ? ਮੈਨੂੰ ਬਹੁਤ ਖੁਸ਼ੀ ਹੁੰਦੀ ਹੈ, ਔਰ ਮੈਨੂੰ ਲੱਗਦਾ ਹੁੰਦਾ ਹੈ ਕਿ ਇਹ ਜਿਹੜਾ ਸਿੱਖਿਆ ਦਾ ਕੰਮ ਹੈ, ਇਹ ਦੁਨੀਆ ਦਾ ਜੇ ਸਭ ਤੋਂ ਪਵਿੱਤਰ ਕੰਮ ਮੰਨੀਏ ਤਾਂ ਸਿੱਖਿਆ ਦਾ ਕੰਮ, ਇੱਕ ਗਿਆਨ ਦੇਣਾ, ਗਿਆਨ ਵੰਡਣ ਦਾ ਕੰਮ, ਇਸ ਤੋਂ ਪਵਿੱਤਰ ਕੰਮ ਕੋਈ ਹੋਰ ਦੁਨੀਆ 'ਚ ਹੋ ਨਹੀਂ ਸਕਦਾ। ਸੋ ਉਹ ਮੈਨੂੰ ਕੁਦਰਤ ਵੱਲੋਂ ਇੱਕ ਮੌਕਾ ਮੈਨੂੰ ਦਿੱਤਾ ਗਿਆ ਕਿ ਮੈਂ ਉਸ ਪਵਿੱਤਰ ਕਾਰਜ ਨੂੰ ਆਪਣੇ ਵਿਦਿਆਰਥੀਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ, ਔਰ ਇਸ ਤੋਂ ਵੱਡੀ ਹੋਰ ਖੁਸ਼ੀ ਦੀ ਗੱਲ ਮੈਨੂੰ ਲੱਗਦਾ ਕੋਈ ਹੋਏਗੀ ਨਹੀਂ ਕਿ ਸਭ ਤੋਂ, ਜੇ ਸਾਡੇ ਗ੍ਰੰਥਾਂ ਦੇ ਵਿੱਚ ਸਭ ਤੋਂ ਉੱਚਾ ਮਾਣ ਜੇ ਦਿੱਤਾ ਗਿਆ ਉਹ ਇੱਕ ਗੁਰੂ ਨੂੰ ਦਿੱਤਾ ਗਿਆ ਹੈ। ਸੋ ਉਹ ਮੌਕਾ ਮੈਨੂੰ ਮਿਲਿਆ ਹੈ ਅਧਿਆਪਕ ਦੇ ਤੌਰ ਤੇ ਮੈਂ ਸੇਵਾ ਕਰ ਰਿਹਾ ਪੰਜਾਬੀ ਯੂਨੀਵਰਸਿਟੀ ਦੇ ਵਿੱਚ, ਔਰ ਮੇਰੇ ਵਿਦਿਆਰਥੀ ਮੇਰੀਆਂ ਕਿਤਾਬਾਂ ਨੇ, ਮੇਰੇ ਵਿਦਿਆਰਥੀ ਮੇਰੀ ਜਾਇਦਾਦ ਨੇ, ਮੇਰੇ ਵਿਦਿਆਰਥੀ ਮੇਰੀ ਦੌਲਤ ਨੇ। ਕਿੰਨੇ ਅਰਸੇ ਤੋਂ ਤੁਸੀਂ ਲਗਾਤਾਰ ਇਹ ਚਾਨਣ ਵੰਡ ਰਹੇ ਹੋ? ਮੈਨੂੰ ਲਗਭਗ 25 ਸਾਲ ਹੋ ਗਏ ਨੇ। ਮੈਂ ਪਹਿਲਾਂ ਸਕੂਲਾਂ ਦੇ ਵਿੱਚ ਪੜ੍ਹਾਇਆ, ਔਰ ਫਿਰ ਕਾਲਜ ਦੇ ਵਿੱਚ ਪੜ੍ਹਾਇਆ, ਫਿਰ ਯੂਨੀਵਰਸਿਟੀ ਦੇ ਵਿੱਚ। ਲਗਾਤਾਰ ਪਿਛਲੇ 25-27 ਸਾਲਾਂ ਤੋਂ ਮੈਂ
ਇਸ ਕੰਮ ਦੇ ਵਿੱਚ ਲੱਗਿਆ ਹੋਇਆ। ਵੈਸੇ ਤਾਂ ਉਸਤਾਦ ਨੂੰ ਆਪਣੇ ਜਿਹੜੇ ਸਿਖਿਆਰਥੀ ਨੇ ਇੱਕੋ ਜਿਹੇ ਹੁੰਦੇ ਨੇ, ਪਰ ਉਹ ਸਕੂਲ ਤੋਂ ਜਿਹੜਾ ਯੂਨੀਵਰਸਿਟੀ ਤੱਕ ਦਾ ਸਫ਼ਰ ਹੈ, ਜ਼ਿਆਦਾ ਮਜ਼ਾ ਕਿੱਥੇ ਆਇਆ? ਜ਼ਿਆਦਾ ਮੈਨੂੰ ਦੇਖੋ, ਮੈਂ ਅੱਜ ਯਾਦ ਕਰਦਾ ਜਦੋਂ ਮੈਂ ਬੱਚਿਆਂ ਨੂੰ ਪੜ੍ਹਾਉਂਦਾ ਸੀ, ਖਾਸ ਤੌਰ ਤੇ ਜਿਹੜੀ ਪਨੀਰੀ ਹੈ ਛੋਟੀ 5ਵੀਂ 6ਵੀਂ ਵਾਲਿਆਂ ਨੂੰ, ਉਹ ਮੈਨੂੰ ਹੋਰ ਵੀ ਅੱਛੇ ਲੱਗਦੇ ਸੀਗੇ। ਪਰ ਕਿਉਂਕਿ ਉਹਦੇ ਤੋਂ ਮੈਨੂੰ ਫਿਰ ਕਾਲਜ ਜਾਣਾ ਪਿਆ, ਫਿਰ ਮੈਨੂੰ ਉਹ ਵੀ ਅੱਛੇ ਲੱਗਣ ਲੱਗੇ ਜਿਹੜੇ ਉਚੇਰੀ ਸਿੱਖਿਆ ਵਾਲੇ। ਉਸ ਤੋਂ ਬਾਅਦ ਮੈਨੂੰ ਜ਼ਿਆਦਾ ਜਿਹੜਾ ਹੈਗੇ ਨੇ, ਜਦੋਂ ਮੈਂ ਰਿਸਰਚ ਕਰਕੇ, ਕਿਉਂਕਿ ਮੈਂ ਰਿਸਰਚ ਵਿਭਾਗ ਵਿੱਚ ਵੀ ਕੰਮ ਕਰ ਰਿਹਾ ਹੁਣ, ਉੱਥੇ ਵੀ ਮੈਨੂੰ ਅੱਛਾ ਲੱਗਦਾ ਕਿ ਜਦੋਂ ਮੈਂ ਰਿਸਰਚ ਨਾਲ ਜੁੜਦਾ, ਕਿਉਂਕਿ ਕੋਈ ਵੀ ਜ਼ੁਬਾਨ ਜਿਹੜੀ ਹੁੰਦੀ ਹੈ, ਉਹ ਜਿੰਨੀ ਦੇਰ ਤੁਸੀਂ ਉਹਦੇ ਵਿੱਚ ਰਿਸਰਚ ਦਾ ਜਿਹੜਾ ਲੈਵਲ ਹੈ ਉਹ ਉੱਪਰ ਨਹੀਂ ਉੱਠਦਾ, ਉਨੀ ਦੇਰ ਅਸੀਂ ਉਹ ਬਾਕੀ ਭਾਸ਼ਾਵਾਂ ਦੇ ਨਾਲ ਉਹਦਾ ਮੁਕਾਬਲਾ ਨਹੀਂ ਕਰ ਸਕਦੇ। ਸੋ ਇਸ ਕਰਕੇ ਰਿਸਰਚ ਦਾ ਜਿਹੜਾ ਹੈਗਾ ਮੈਨੂੰ ਕਾਰਜ ਮਿਲਿਆ, ਉਹਦੇ ਰਾਹੀਂ ਮੈਂ ਬਹੁਤ ਸਾਰੇ ਜਿਹੜੇ ਨੇ ਖੋਜ ਪੱਤਰਕਾ ਉਹ ਵੀ ਸੰਪਾਦਨ ਕੀਤੇ ਹੈ, ਔਰ ਬਹੁਤ ਸਾਰੀਆਂ ਮੇਰੀਆਂ ਜਿਹੜੀਆਂ ਆਪਣੀਆਂ ਪੁਸਤਕਾਂ ਨੇ ਉਹ ਵੀ ਸੰਪਾਦਨਾ ਦੀਆਂ ਨੇ, ਅਨੁਵਾਦ ਵੀ ਮੇਰੀਆਂ ਕੁਝ ਕਿਤਾਬਾਂ ਦੇ ਕੀਤੇ ਨੇ, ਉੱਥੇ ਵੀ ਮੈਨੂੰ ਚੰਗਾ ਲੱਗਦਾ ਹੈ ਆਪਣੀ ਜ਼ੁਬਾਨ ਨੂੰ ਉੱਪਰ ਉੱਠਦਿਆਂ ਵੇਖ ਕੇ। ਪਾਕਿਸਤਾਨ ਉਧਰਲੇ ਲਹਿੰਦੇ ਪੰਜਾਬ ਦੀ ਸੀ ਗੱਲ ਕਰੀਏ, ਸਾਹਿਤ ਪੰਜਾਬੀ ਦੇ ਵਿੱਚ ਉਧਰ ਵੀ ਬਹੁਤ ਸਾਰਾ ਰਚਿਆ ਜਾ ਰਿਹਾ। ਫਰਕ ਸਿਰਫ ਉਹਦੀ ਜਿਹੜੀ ਲਿਪੀ ਹੈ ਉਹਦਾ ਹੀ ਪਿਆ ਕਿ ਉਹ ਸ਼ਾਹਮੁਖੀ ਦੇ ਵਿੱਚ ਪੰਜਾਬੀ ਲਿਖਦੇ ਨੇ ਤੇ ਅਸੀਂ ਗੁਰਮੁਖੀ ਚ ਲਿਖਦੇ ਹਾਂ। ਨਾ ਅਸੀਂ ਉਹਨਾਂ ਦੀ ਉਹ ਜ਼ਬਾਨ ਪੜ੍ਹ ਪਾਉਂਦੇ ਆ ਤੇ ਨਾ ਉਹ ਪੜ੍ਹ ਪਾਉਂਦੇ ਨੇ। ਤਾਂ ਅਸੀਂ ਅਗਰ ਜੇ ਇਹ ਵੇਖੀਏ ਤੇ ਉਹਨਾਂ ਦੀਆਂ ਉਹ ਕਿਤਾਬਾਂ ਜਿਹੜੀਆਂ ਨੇ, ਇੰਨੇ ਵੱਡੇ ਉਹਨਾਂ ਦੇ ਸ਼ਾਇਰ ਨੇ, ਇੰਨੇ ਵੱਡੇ ਅਦੀਬ ਨੇ ਉਹਨਾਂ ਦੇ ਰਹੇ, ਤੇ ਉਹਨਾਂ ਦੀਆਂ ਕਿੰਨੀਆਂ ਕੁ ਕਿਤਾਬਾਂ ਇੱਧਰ ਯੂਨੀਵਰਸਿਟੀ ਮੈਨੂੰ ਕੋਈ ਇਦਾਂ ਦਾ ਉਪਰਾਲਾ ਵੀ ਹੋ ਰਿਹਾ ਕਿ ਉਹ ਕਰ ਰਹੇ ਨੇ ਅਨੁਵਾਦ? ਜੀ ਦੇਖੋ, ਲਗਾਤਾਰ ਹੁੰਦਾ ਰਹਿੰਦਾ ਜੀ, ਇਹ ਅੱਜ ਨਹੀਂ ਹੋ ਰਿਹਾ, ਪਿਛਲੇ ਲਗਭਗ 50 ਸਾਲਾਂ ਤੋਂ ਲਗਾਤਾਰ ਅਨੁਵਾਦ ਦਾ ਸਿਲਸਿਲਾ ਜਾਰੀ ਹੈ। ਪਰ ਉਸ ਕਿਸਮ ਦਾ ਅਨੁਵਾਦ ਜਿੱਦਾਂ ਦਾ ਹੋਣਾ ਚਾਹੀਦਾ ਸੀਗਾ ਉਹ ਨਹੀਂ ਹੋਇਆ। ਡਾਕਟਰ ਅਤਰ ਸਿੰਘ ਮੇਰੇ ਟੀਚਰ ਰਹੇ ਨੇ, ਅਧਿਆਪਕ ਰਹੇ ਨੇ, ਉਹਨਾਂ ਨੇ ਦੁੱਖ ਦਰਿਆਓਂ ਪਾਰ ਦੇ ਕਿਤਾਬ ਨਾਮ ਛਾਪੀ ਸੀਗੀ, ਬਹੁਤ ਖੂਬਸੂਰਤ ਜਿਹੜੀ ਹੈਗੀ ਸੀਗੀ ਨਜ਼ਮਾਂ ਦੀ ਪੁਸਤਕ। ਔਰ ਇਸ ਤੋਂ ਇਲਾਵਾ ਫਖਰ ਜ਼ਮਾਨ ਦੇ ਨਾਵਲ ਜਿਹੜੇ ਨੇ ਉਹ ਇਧਰ ਲਿਪੀ ਦੇ ਵਿੱਚ ਹੋਏ। ਸਾਡੇ ਵੀ ਅਮਰਤਾ ਪ੍ਰੀਤਮ ਦੀਆਂ ਬਹੁਤ ਸਾਰੀਆਂ ਨਜ਼ਮਾਂ, ਬਹੁਤ ਸਾਰੇ ਨਾਵਲ ਲਿਪੀ ਅੰਤਰ ਪਾਕਿਸਤਾਨ ਦੇ ਵਿੱਚ ਹੋਏ ਨੇ, ਹੋਰ ਬਹੁਤ ਸਾਰੇ, ਪਰ ਇਹ ਬਹੁਤ ਥੋੜੇ ਨੇ। ਮੈਨੂੰ ਇਹ ਮੈਂ ਕਹਿਣਾ ਚਾਹੁੰਦਾ ਕਿ ਇਸ ਵੇਲੇ ਸਾਨੂੰ ਲੋੜ ਹੈ ਕਿ ਅਸੀਂ ਵੱਧ ਤੋਂ ਵੱਧ ਜਿਹੜਾ ਆਦਾਨ ਪ੍ਰਦਾਨ ਹੈ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਇੱਕ ਐਸਾ ਇੰਸਟਰੂਮੈਂਟ ਤਿਆਰ ਕੀਤਾ ਹੈ ਜਿਹਦੇ ਰਾਹੀਂ ਤੁਸੀਂ ਲਿਪੀ ਦਾ ਲਿਪੀ ਅੰਤਰ ਹੋ ਸਕਦਾ ਹੈ। ਤੁਸੀਂ ਸ਼ਾਹਮੁਖੀ ਨੂੰ ਗੁਰਮੁਖੀ ਚ ਤਬਦੀਲ ਕਰ ਸਕਦੇ ਹੋ ਔਰ ਗੁਰਮੁਖੀ ਨੂੰ ਸ਼ਾਹਮੁਖੀ ਚ ਤਬਦੀਲ ਕਰ ਸਕਦੇ ਹੋ ਤਾਂ ਕਿ ਉਹ ਪੜ੍ਹਨ ਯੋਗ ਹੋ ਜਾਏ। ਸੋ ਇਸ ਕਿਸਮ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਜਾਰੀ ਨੇ ਤਾਂ ਕਿ ਅਸੀਂ ਅੱਜ, ਕਿਉਂਕਿ ਤਕਨੀਕ ਦਾ ਯੁੱਗ ਹੈ, ਅਸੀਂ ਇੱਕ ਕਲਿੱਕ ਦੇ ਨਾਲ ਪੂਰੀ ਦੀ ਪੂਰੀ ਉਹ ਜਿਹੜੀ ਕਿਤਾਬ ਹੈ ਅਸੀਂ ਪੜ੍ਹ ਸਕਦੇ ਹਾਂ। ਸੋ ਇਹ ਕੋਸ਼ਿਸ਼ਾਂ ਜਿਹੜੀਆਂ ਨੇ ਜਾਰੀ ਰੱਖਣੀਆਂ ਚਾਹੀਦੀਆਂ ਨੇ, ਤਾਂ ਹੀ ਤੁਹਾਡੀ ਜ਼ੁਬਾਨ ਜਿਹੜੀ ਹੈਗੀ ਹੈ ਹੋਰ ਤਰੱਕੀ ਕਰ ਸਕੇਗੀ। ਤੇ ਇੱਕ ਜਿਹੜੀ ਅਸੀਂ ਪੇਂਡੂ ਲਾਇਬ੍ਰੇਰੀ ਦੀ ਗੱਲ ਕਰਦੇ ਸੀ, ਮੈਂ ਇੱਕ ਵਾਰੀ ਫਿਰ ਉਧਰ ਲਿਆਉਂਦਾ ਗੱਲ। ਆਮ ਤੌਰ ਤੇ ਕੀ ਹੁੰਦਾ ਹੈ ਕਿ ਪਿੰਡਾਂ 'ਚ ਲਾਇਬ੍ਰੇਰੀਆਂ ਜਿਵੇਂ ਦਿੱਲੀ ਸਾਹਿਤ ਸੇਵਾ ਵਾਲਿਆਂ ਨੇ ਉਹਨਾਂ ਨੇ ਦਿੱਤੀਆਂ, ਬਿਲਕੁਲ, ਤਾਂ ਕੀ ਭਾਸ਼ਾ ਵਿਭਾਗ ਦੀ ਅਸੀਂ ਗੱਲ ਕਹੀਏ ਤੇ ਕੋਈ ਇਸ ਤਰ੍ਹਾਂ ਦਾ ਰੋਲ ਇਹ ਵੀ ਨਿਭਾ ਰਹੇ ਨੇ? ਬਿਲਕੁਲ, ਇਹਨਾਂ ਦੇ ਡਿਸਟ੍ਰਿਕਟ ਲੈਵਲ ਤੇ ਦਫ਼ਤਰ ਹੈਗੇ ਨੇ ਜੀ, ਜੇ ਔਰ ਇਹ ਕਰ ਸਕਦੇ ਨੇ। ਪਰ ਸਮੱਸਿਆ ਇਹ ਹੈ ਕਿ ਸਮੱਸਿਆ ਬਜਟ ਦੀ ਆ ਜਾਂਦੀ ਹੈ। ਜੇ ਤੁਸੀਂ ਬਜਟ ਨਹੀਂ ਦਿਓਗੇ, ਸਰਕਾਰਾਂ ਜੇ ਬਜਟ ਨਹੀਂ ਦੇਣਗੀਆਂ, ਜੇ ਉਹਨਾਂ ਦੇ ਜਿਹੜੀ ਨਫਰੀ ਹੈ ਉਹ ਪੂਰੀ ਨਹੀਂ ਹੋਏਗੀ, ਜੇ ਉਹਨਾਂ ਦੇ ਮੁਲਾਜ਼ਮ ਅੱਜ ਬਹੁਤ ਸਾਰਾ 80% ਰਿਟਾਇਰ ਹੋ ਚੁੱਕੇ ਨੇ, ਜੇ ਉਹ ਨਵੀਂ ਭਰਤੀ ਨਹੀਂ ਹੋਏਗੀ ਤਾਂ ਉਹ ਕੱਲਿਆਂ ਤੌਰ ਤੇ ਕੁਝ ਜਿਹੜੇ ਨੇ, ਕੁਝ ਲੋਕ ਜਿਹੜੇ ਨੇ ਉਹ ਸਾਰੇ ਪੰਜਾਬ ਦੇ ਵਿੱਚ ਜਿਹੜਾ ਉਹ ਕੰਮ ਨਹੀਂ ਅਦਾ ਹੋ ਸਕੇਗਾ ਜਿਹੜਾ ਉਹ ਕਰਨਾ ਚਾਹੁੰਦੇ ਆ। ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਜਿੰਨੀ ਦੇਰ ਬਜਟ ਦੇ ਵਿੱਚ ਵਾਧਾ ਹੋਏਗਾ ਔਰ ਪਦਵੀਆਂ ਜਿਹੜੀਆਂ ਨੇ ਉਹ ਭਰੀਆਂ ਜਾਣਗੀਆਂ, ਪੋਸਟਾਂ ਭਰੀਆਂ ਜਾਣਗੀਆਂ, ਉਸ ਤੋਂ ਬਾਅਦ ਇਹ ਗੱਲ ਜਿਹੜਾ ਹੈਗਾ ਆਪਾਂ ਕਰ ਸਕਦੇ ਹਾਂ ਕਿ ਜ਼ਿਲ੍ਹੇ ਦੇ ਵਿੱਚ ਜਿਹੜੇ ਉਹਨਾਂ ਦੇ ਬਣੇ ਹੋਏ ਨੇ ਦਫ਼ਤਰ ਉਹ ਸੁਚਾਰੂ ਰੂਪ ਦੇ ਵਿੱਚ ਚੱਲ ਸਕਦੇ ਆ। ਸੋ ਇਹਦੇ ਵਿੱਚ ਸਰਕਾਰਾਂ ਨੂੰ ਲੋੜ ਹੈ ਕਿ ਉਹ ਆਪਣਾ ਬਜਟ ਇਹਨਾਂ ਨੂੰ ਦੇਣ। ਯੂਨੀਵਰਸਿਟੀ ਵਿੱਚ ਤੁਸੀਂ ਇੱਕ ਵਧੀਆ ਅਹੁਦੇ ਤੇ ਇਸ ਟਾਈਮ ਜ਼ਿੰਮੇਵਾਰੀ ਨਿਭਾ ਰਹੇ ਹੋ। ਇੱਕ ਵਿਦਵਾਨਾਂ ਦੀ ਜਿਹੜੀ ਇੱਕ ਭਾਸ਼ਾ ਆ, ਜਦੋਂ ਅਸੀਂ ਗੱਲ ਕਰਦੇ ਕਿ ਆਮ ਪਾਠਕ ਵਰਗ ਜਿਹੜਾ ਹੈਗਾ ਉਹਦੇ ਤੱਕ ਉਹ ਗੱਲ ਸਾਡੀ ਸਧਾਰਨ ਭਾਸ਼ਾ ਵਿੱਚ ਪਹੁੰਚਣੀ ਚਾਹੀਦੀ ਹੈ। ਗੁਰੂ ਨਾਨਕ ਸਾਹਿਬ ਦੀ ਅਸੀਂ ਗੱਲ ਕਰਦੇ ਸਾਂ, ਜਦੋਂ ਵੀ ਉਹ ਕਿਸੇ ਜਗ੍ਹਾ ਵੀ ਗਏ ਨੇ, ਕਿਸੇ ਵੀ ਮੁਲਕ ਦੇ ਵਿੱਚ ਗਏ ਨੇ, ਤਾਂ ਉਹਨਾਂ ਨੇ ਉੱਥੋਂ ਦੀ ਜ਼ੁਬਾਨ ਨੂੰ ਜਿਹੜਾ ਅਪਣਾਇਆ। ਬਿਲਕੁਲ, ਅੱਜ ਅਸੀਂ ਦੇਖਦੇ ਹਾਂ, ਬਤੌਰ ਮੈਂ ਇੱਕ ਪਾਠਕ ਵਜੋਂ ਅਗਰ ਪੜ੍ਹਨਾ ਚਾਹਾਂ ਤੇ ਮੈਨੂੰ ਲੱਗਦਾ ਹੁੰਦਾ ਕਿ ਫਲਾਣੇ ਜਿਹੜੇ ਲੇਖਕ ਨੇ ਉਹਨਾਂ ਦੀ ਇੱਕ ਕਿਤਾਬ ਆਈ ਹੈ ਜੀ ਨਵੀਂ, ਤੇ ਅਗਰ ਮੇਰੇ ਉਹ ਹਵਾਲੇ ਵਿੱਚੋਂ ਮੈਂ ਪੜ੍ਹਦਾ ਆ ਤੇ ਉਹਦੇ ਵਿੱਚ ਜਿਹੜੀ ਸ਼ਬਦਾਵਲੀ ਉਹ ਇੰਨੀ ਕੁ ਬੋਝਲ ਹੁੰਦੀ ਹੈ ਕਿ ਉਹ ਬੰਦੇ ਦੇ ਉੱਤੋਂ ਲੰਘ ਜਾਂਦੀ ਹੈਗੀ। ਆਮ ਜ਼ਬਾਨ ਦੇ ਵਿੱਚ ਜਿਹੜਾ ਹੈਗਾ ਆ
ਉਹ ਕਿਉਂ ਨਹੀਂ ਲਿਖਿਆ ਜਾ ਰਿਹਾ ਸਾਹਿਤ? ਤੇ ਦੂਸਰੀ ਗੱਲ ਇਹ ਹੈ ਕਿ ਉਸ ਨੂੰ ਇੰਨਾ ਬੋਝਲ ਬਣਾਉਣ ਦਾ ਕਾਰਨ ਕੀ ਨੇ? ਕੀ ਸਾਬਤ ਕਰਨਾ ਚਾਹੁੰਦੇ ਸੀ? ਦੇਖੋ, ਸਾਡੀ ਜਿਹੜੀ ਇੱਕ ਜ਼ੁਬਾਨ ਹੁੰਦੀ ਹੈ ਕਿ ਜਿਹੜੀ ਸਾਹਿਤ ਰਚਿਆ ਜਾਂਦਾ, ਰਚਨਾਤਮਕ ਸਾਹਿਤ ਅਸੀਂ ਕਹਿੰਦੇ ਹਾਂ, ਕਹਾਣੀਆਂ, ਕਵਿਤਾਵਾਂ, ਜੀ ਜੀ ਠੀਕ ਹੈ ਨਾ, ਉਹ ਬਹੁਤ ਆਮ ਭਾਸ਼ਾ ਦੇ ਵਿੱਚ ਹੁੰਦਾ ਹੈ। ਇੱਕ ਭਾਸ਼ਾ ਹੁੰਦੀ ਹੈ ਖੋਜ ਦੀ ਭਾਸ਼ਾ ਔਰ ਆਲੋਚਨਾ ਦੀ ਭਾਸ਼ਾ। ਜਦੋਂ ਅਸੀਂ ਸਾਡੇ ਵਿਦਵਾਨ, ਜਿਵੇਂ ਤੁਸੀਂ ਥੋੜਾ ਸ਼ੰਕਾ ਜ਼ਾਹਿਰ ਕੀਤਾ ਹੈ ਕਿ ਉਹ ਬਹੁਤ ਟਫ ਭਾਸ਼ਾ ਹੁੰਦੀ ਹੈ, ਪੜ੍ਹੀ ਨਹੀਂ ਜਾਂਦੀ, ਨਾ ਸਮਝ ਆਉਣ ਵਾਲੀ ਭਾਸ਼ਾ ਹੁੰਦੀ ਹੈ, ਉਹਦਾ ਕਾਰਨ ਮੈਨੂੰ ਇਹ ਲੱਗਦਾ ਕਿ ਇੱਕ ਤਾਂ ਜਿਹੜੇ ਸਾਡੇ ਵਿਦਵਾਨ ਨੇ ਉਹ ਬਹੁਤਾ ਉਸ ਖੋਜ ਬਾਰੇ ਜਾਂ ਉਸ ਸਿਧਾਂਤਕ ਪੱਖ ਤੋਂ ਜਦੋਂ ਉਹਨੂੰ ਹੋਰ ਉਲਝਾ ਲੈਂਦੇ ਨੇ। ਮੰਨ ਲਓ ਮੈਂ ਬਹੁਤ ਸਾਰੀਆਂ ਜਿਹੜੀਆਂ ਕਿਤਾਬਾਂ ਨੇ ਮਾਰਕਸਵਾਦ ਬਾਰੇ ਮੈਂ ਲਿਖੀਆਂ ਨੇ, ਔਰ ਮੈਨੂੰ ਨਹੀਂ ਲੱਗਦਾ ਕਿ ਮਾਰਕਸਵਾਦ ਨੂੰ ਸਮਝਾਉਂਦਿਆਂ ਜਾਂ ਮਾਰਕਸਵਾਦ ਨੂੰ ਮੈਂ ਜਦੋਂ ਲਿਖਦਾ ਵੀ ਹਾਂ, ਕੋਈ ਮੇਰੇ ਪਾਠਕ ਨੂੰ ਕੋਈ ਔਖ ਆਉਂਦੀ ਹੈ, ਉਹ ਬਹੁਤ ਸਧਾਰਨ ਭਾਸ਼ਾ ਦੇ ਵਿੱਚ ਮਾਰਕਸਵਾਦ ਉਹ ਸਮਝਾ ਸਕਦਾ। ਸਾਡੇ ਕੋਲ, ਮੈਂ ਗੱਲ ਟੁਕ ਰਿਹਾ ਸੀ, ਸਾਡੇ ਕੋਲ ਮੇਰਾ ਪਿੰਡ ਕਿਤਾਬ, ਬਿਲਕੁਲ ਕੀ ਬਾਤ ਹੈ। ਹੁਣ ਮਤਲਬ ਜੇ ਉਹ ਆਪਾਂ ਕਹੀਏ ਕਿ ਕਿਸੇ ਵੇਲੇ ਮੇਰਾ ਦਾਗਿਸਤਾਨ ਲਿਖਿਆ ਸੀ ਰਸੂਲ ਹਮਜ਼ਾ ਤੋਬ ਨੇ, ਔਰ ਉਸੇ ਕਿਸਮ ਦੀ ਜਿਹੜੀ ਹੈਗੀ ਮੇਰਾ ਪਿੰਡ ਹੈਗੀ ਸਾਡੇ ਕੋਲ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਸਾਨੂੰ ਜਿਹੜੇ ਅਸੀਂ ਵਿਦਵਾਨ ਕਹਾਉਣ ਵਾਲੇ ਲੋਕ ਹਾਂ, ਸਾਨੂੰ ਲੋਕ ਕਹਿੰਦੇ ਨੇ, ਸਾਨੂੰ ਬਹੁਤ ਲੋਕਾਂ ਦੀ ਭਾਸ਼ਾ ਦੇ ਪੱਧਰ ਤੇ ਆ ਕੇ ਸਾਨੂੰ ਉਹ ਜ਼ੁਬਾਨ ਜਿਹੜੀ ਹੈਗੀ ਹੈ ਜਾਂ ਉਹ ਕਿਤਾਬਾਂ ਜਿਹੜੀਆਂ ਨੇ ਉਹ ਲਿਖਣੀਆਂ ਚਾਹੀਦੀਆਂ ਨੇ। ਉਹਦੇ ਵਿੱਚ ਸਾਨੂੰ ਉਲਝਾਉਣਾ ਨਹੀਂ ਚਾਹੀਦਾ। ਸਾਨੂੰ ਸਿੰਪਲ ਭਾਸ਼ਾ, ਜਿੰਨਾ ਅਸੀਂ ਸਿੰਪਲ ਤੋਂ ਸਿੰਪਲ ਉਹਨੂੰ ਸਹਿਜ ਭਾਸ਼ਾ ਦੀ ਵਰਤੋਂ ਕਰਾਂਗੇ, ਉਨਾ ਹੀ ਅਸੀਂ ਵੱਧ ਤੋਂ ਵੱਧ ਪਾਠਕਾਂ ਤੱਕ ਪਹੁੰਚਾਂਗੇ। ਜੀ ਪੂਰੀ ਦੁਨੀਆ 'ਚ ਆਪਾਂ ਨੂੰ ਇਸ ਟਾਈਮ ਗੱਲਬਾਤ ਕਰਦੇ ਦੇਖ ਰਹੇ ਨੇ ਸਾਰੇ ਦਰਸ਼ਕ। 21 ਫਰਵਰੀ ਮਾਂ ਬੋਲੀ ਦਿਵਸ ਆ ਰਿਹਾ ਬਹੁਤ ਜਲਦੀ। ਇਸ ਸੰਬੰਧ ਵਿੱਚ ਤੁਹਾਡਾ ਕੀ ਕਹਿਣਾ ਹੈਗਾ, ਔਰ ਮਾਂ ਬੋਲੀ ਬਾਰੇ ਜਿਹੜਾ ਸੁਨੇਹਾ ਹੈ ਉਹ ਤੁਸੀਂ ਆਪਣਾ ਜ਼ਰੂਰ ਦਿਓ। ਮੈਂ ਅੱਜ ਦੇ ਦਿਨ ਇਹੀ ਕਹਾਂਗਾ ਕਿ ਸਾਨੂੰ ਬੰਗਾਲੀਆਂ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ। ਬੰਗਾਲੀ ਲੋਕ ਜਿਹੜੇ ਨੇ, ਉਹ ਜਿਨ੍ਹਾਂ ਨੇ ਆਪਣੀ ਜ਼ੁਬਾਨ ਦੇ ਲਈ ਜਾਨਾਂ ਵਾਰ ਦਿੱਤੀਆਂ, ਏਡੇ ਵੱਡੇ ਉਹਨਾਂ ਨੇ ਸੰਘਰਸ਼ ਕੀਤੇ, ਸਾਨੂੰ ਜੇ ਅਸੀਂ ਉਹਨਾਂ ਤੋਂ ਅੱਜ ਸਿੱਖਾਂਗੇ ਨਹੀਂ ਤਾਂ ਅਸੀਂ, ਜਿਵੇਂ ਮੈਂ ਕਿਹਾ ਸੀਗਾ ਕਿ ਜੇ ਮਾਂ ਬੋਲੀ ਭੁੱਲ ਜਾਓਗੇ ਤਾਂ ਕੱਖਾਂ ਵਾਂਗੂ ਰੁੱਲ ਜਾਓਗੇ। ਸਾਨੂੰ ਜੇ ਅਸੀਂ ਇਸ ਰੁਲਣ ਤੋਂ ਆਪਣੇ ਆਪ ਨੂੰ ਬਚਾਉਣਾ ਹੈ ਤਾਂ ਸਾਨੂੰ ਆਪਣੀ ਜ਼ੁਬਾਨ ਦੇ ਨਾਲ, ਆਪਣੀ ਸੱਭਿਆਚਾਰ ਦੇ ਨਾਲ, ਆਪਣੀ ਬੋਲੀ ਦੇ ਨਾਲ ਸਾਨੂੰ ਬਹੁਤ ਸ਼ਿੱਦਤ ਦੇ ਨਾਲ ਪਿਆਰ ਕਰਨਾ ਪਏਗਾ। ਜਿੰਨੀ ਦੇਰ ਅਸੀਂ ਆਪਣੇ ਸੱਭਿਆਚਾਰ ਨੂੰ, ਆਪਣੀ ਵਿਰਾਸਤ ਨੂੰ ਨਹੀਂ ਸੰਭਾਲਾਂਗੇ ਤਾਂ ਮੈਨੂੰ ਲੱਗਦਾ ਕਿ ਆਉਣ ਵਾਲਾ ਭਵਿੱਖ ਜਿਹੜਾ ਹੈਗਾ ਉਹ ਅਸੀਂ ਮਨੁੱਖ ਜ਼ਰੂਰ ਹੋਵਾਂਗੇ, ਪਰ ਅਸੀਂ ਪੰਜਾਬੀ ਕਹਾਉਣ ਦੇ ਜਾਂ ਸਿੱਖ ਕਹਾਉਣ ਦੇ ਜਾਂ ਅਸੀਂ ਆਪਣੇ ਆਪ ਨੂੰ ਹੌਲੀ ਹੌਲੀ ਇਨਸਾਨ ਕਹਾਉਣ ਦੇ ਵੀ ਯੋਗ ਨਹੀਂ ਰਵਾਂਗੇ। ਸੋ ਸਾਨੂੰ ਲਾਜ਼ਮੀ ਤੌਰ ਤੇ ਆਪਣੀ ਜ਼ੁਬਾਨ ਨੂੰ ਪਿਆਰ ਕਰਨ ਦੀ ਬਹੁਤ ਇਸ ਵੇਲੇ ਲੋੜ ਹੈ ਕਿ ਅਸੀਂ ਸ਼ਿੱਦਤ ਦੇ ਨਾਲ ਆਪਣੀ ਜ਼ੁਬਾਨ ਨੂੰ ਅਸੀਂ ਬਚਾ ਕੇ ਰੱਖੀਏ, ਆਪਣੀ ਸੱਭਿਆਚਾਰ ਨੂੰ ਬਚਾਈਏ, ਆਪਣੇ ਲੋਕਾਂ ਨੂੰ, ਆਪਣੀ ਨੌਜਵਾਨ ਪੀੜ੍ਹੀ ਨੂੰ ਬਚਾਈਏ। ਤਾਂ ਹੀ ਜਿਹੜਾ ਹੈਗਾ ਪੰਜਾਬ ਤਰੱਕੀਆਂ ਦੇ ਰਾਹ ਤੇ ਪਏਗਾ, ਨਹੀਂ ਤਾਂ ਪੰਜਾਬ ਜਿਹੜਾ ਹੈਗਾ ਖਤਮ ਹੋਣ ਦੇ ਕਿਨਾਰੇ ਹੈ। ਸਿਰਫ ਜ਼ੁਬਾਨ ਦੇ ਪੱਧਰ ਤੇ ਨਹੀਂ, ਸਿਰਫ ਸੱਭਿਆਚਾਰ ਦੇ ਪੱਧਰ ਤੇ ਨਹੀਂ, ਉਹ ਚਾਹੇ ਵਾਤਾਵਰਨ ਹੋਵੇ, ਉਹ ਚਾਹੇ ਹੋਰ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਨੇ, ਪੰਜਾਬ ਮੈਨੂੰ ਲੱਗਦਾ ਹੈ ਕਿ ਇਸ ਵੇਲੇ ਪਲਾਇਨ ਦੇ ਤੌਰ ਤੇ ਲੱਗਿਆ ਹੋਇਆ। ਇੱਥੋਂ ਪੰਜਾਬ ਭੱਜਣ ਨੂੰ ਫਿਰਦਾ ਹੈ, ਹਿਜਰਤ ਕਰਕੇ ਬਾਹਰ ਹਿਜਰਤ ਕਰਨ ਨੂੰ ਫਿਰਦਾ ਹੈ। ਉਹ ਤਾਂ ਹੀ ਹੈ ਕਿ ਇਹ ਤਾਂ ਵਾਪਰਿਆ ਹੈ ਕਿਉਂਕਿ ਅਸੀਂ ਆਪਣੀ ਜ਼ੁਬਾਨ ਨੂੰ, ਆਪਣੀ ਭਾਸ਼ਾ ਨੂੰ, ਆਪਣੀ ਸੱਭਿਆਚਾਰ ਨੂੰ ਅਸੀਂ ਉਹਦੇ ਨਾਲ ਨਹੀਂ ਜੁੜ ਸਕੇ। ਅਸੀਂ ਆਪਣੀ ਜ਼ੁਬਾਨ ਨੂੰ ਛੱਡਣ ਵੱਲ, ਆਪਣੀ ਭਾਸ਼ਾ ਨੂੰ, ਆਪਣੇ ਸੱਭਿਆਚਾਰ ਨੂੰ ਛੱਡਣ ਦੇ ਵੱਲ ਜ਼ਿਆਦਾ ਤਵੱਜੋ ਦੇ ਰਹੇ ਹਾਂ। ਸੋ ਇਸ ਕਰਕੇ ਇਸ ਤੋਂ ਬਚਣ ਦੀ ਲੋੜ ਹੈ। ਜੀ ਇੱਕ ਸਵਾਲ ਮੈਂ ਜ਼ਰੂਰ ਪੁੱਛਣਾ ਚਾਹੂੰਗਾ। ਵੱਡੇ ਪੱਧਰ ਦੇ ਉੱਤੇ ਇੱਕ ਵੇਲਾ ਸੀ ਜਦੋਂ ਫਿਲਮ ਇੰਡਸਟਰੀ ਦੇ ਵਿੱਚ ਪੰਜਾਬੀ ਇੰਨੀ ਨਹੀਂ ਸੀ ਛਾਈ। ਅੱਜ ਤਾਂ ਫਿਲਮ ਇੰਡਸਟਰੀ 'ਚ ਪੰਜਾਬੀ ਛਾਈ ਹੋਈ ਹੈ, ਔਰ ਹੁਣ ਜਦੋਂ ਪੰਜਾਬੀ ਆ, ਉਹ ਦੁਨੀਆ ਦਾ ਕੋਈ ਮੁਲਕ ਅਜਿਹਾ ਨਹੀਂ ਉੱਥੇ ਤੱਕ ਵੀ ਪੰਜਾਬ ਪਹੁੰਚ ਗਿਆ। ਇਸ ਨੂੰ ਕਿਸ ਸੰਦਰਭ 'ਚ ਦੇਖਦੇ ਹੋ ਤੁਸੀਂ? ਮੈਂ ਇਸ ਨੂੰ ਇਸ ਸੰਦਰਭ 'ਚ ਦੇਖਦਾ ਕਿ ਇੱਕ ਪਾਸਿਓਂ ਬਹੁਤ ਅੱਛੀ ਗੱਲ ਲੱਗਦੀ ਹੈ ਕਿ ਪੰਜਾਬੀ ਭਾਸ਼ਾ ਔਰ ਪੰਜਾਬੀ ਗੀਤ ਸੰਗੀਤ ਇਸ ਇੰਟਰਨੈਸ਼ਨਲ ਲੈਵਲ ਤੇ ਫੈਲ ਰਿਹਾ ਹੈ। ਪਰ ਮੈਨੂੰ ਲੱਗਦਾ ਕਿ ਸਿਰਫ ਇਹ ਹੀ ਭਾਸ਼ਾ ਨਹੀਂ ਹੁੰਦੀ। ਭਾਸ਼ਾ ਤੁਹਾਡੇ ਗਿਆਨ ਨਾਲ ਜੁੜੀ ਹੁੰਦੀ ਹੈ, ਭਾਸ਼ਾ ਤੁਹਾਡੀ ਸਿੱਖਿਆ ਨਾਲ ਜੁੜੀ ਹੁੰਦੀ ਹੈ, ਭਾਸ਼ਾ ਤੁਹਾਡੇ ਰੋਜ਼ਮਰੇ ਦੇ ਜੀਵਨ ਨਾਲ ਜੁੜੀ ਹੁੰਦੀ ਹੈ। ਜਿੰਨੀ ਦੇਰ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਪੰਜਾਬੀ ਜ਼ੁਬਾਨ ਦੇ ਵਿੱਚ ਨਹੀਂ ਅਪਣਾਵਾਂਗੇ, ਇੱਕ ਪਾਸੇ ਅਸੀਂ ਭਾਸ਼ਾ ਛੱਡਣ ਦੀ ਗੱਲ ਕਰ ਰਹੇ ਹਾਂ, ਇੱਕ ਪਾਸੇ ਸਾਨੂੰ ਇਹ ਮੰਡੀ ਦੇ ਰਾਹੀਂ ਵਰਤਿਆ ਜ਼ਰੂਰ ਜਾ ਰਿਹਾ ਹੈ। ਇਹਨੂੰ ਸਮਝਣ ਦੀ ਲੋੜ ਹੈ ਕਿਉਂਕਿ ਜਿਹੜੀ ਉੱਪਰਲੇ ਲੈਵਲ ਤੇ ਜਿਹੜਾ ਸਾਡੇ ਉੱਤੇ ਸੱਭਿਆਚਾਰ ਥੋਪਿਆ ਜਾ ਰਿਹਾ ਹੈ, ਜਿਵੇਂ ਮੈਂ ਅਮਰੀਕਨ ਸੱਭਿਆਚਾਰ ਦੀ ਗੱਲ ਕੀਤੀ ਸੀਗੀ,
ਇਹ ਉਸ ਸੱਭਿਆਚਾਰ ਦਾ ਹਿੱਸਾ ਬਣਾ ਕੇ ਥੋਪਿਆ ਜਾ ਰਿਹਾ ਤਾਂ ਇਹਨੂੰ ਸਮਝ ਕੇ ਸਾਨੂੰ ਜ਼ੁਬਾਨ ਨੂੰ, ਅਸਲੀ ਜਿਹੜੀ ਜ਼ੁਬਾਨ ਨੂੰ ਸਿੱਖਿਆ ਦੀ ਭਾਸ਼ਾ, ਗਿਆਨ ਦੀ ਭਾਸ਼ਾ, ਵਿਗਿਆਨ ਦੀ ਭਾਸ਼ਾ ਬਣਾਉਣ ਦੀ ਲੋੜ ਹੈ। ਤਾਂ ਹੀ ਭਾਸ਼ਾ ਜਿਹੜੀ ਹੈ ਤਰੱਕੀ ਕਰੇਗੀ। ਇਹ ਵਧੀਆ ਗੱਲ ਹੈ ਕਿ ਸੰਗੀਤ ਜਿਹੜਾ ਪਪੂਲਰ ਸੰਗੀਤ ਹੈ ਉਹਦੇ ਵਿੱਚ ਪੰਜਾਬੀ ਜਿਹੜੀ ਹੈਗੀ ਹੈ ਭਾਸ਼ਾ ਵਰਤੀ ਜਾ ਰਹੀ ਹੈ, ਪਰ ਇਹਨੂੰ ਜਿੰਨੀ ਦੇਰ ਗਿਆਨ ਔਰ ਵਿਗਿਆਨ ਦੀ ਭਾਸ਼ਾ ਨਹੀਂ ਬਣੇਗੀ ਪੰਜਾਬੀ, ਉਨੀ ਦੇਰ ਪੰਜਾਬੀ ਤਰੱਕੀ ਨਹੀਂ ਕਰ ਸਕੇਗੀ। ਨਹੀਂ ਕਰ ਸਕਦੀ, ਬਿਲਕੁਲ ਜੀ। ਤੇ ਇਹਦੇ ਵਿੱਚ ਸਾਡੇ ਵੇਖੋ ਨਾ ਕਿੰਨੇ ਸੂਫੀ ਜਿਹੜੇ ਸੀਗੇ, ਉਹਨਾਂ ਦਾ ਯੋਗਦਾਨ ਸੀ। ਕਮਾਲ ਦੀਆਂ ਗੁਰੂ ਸਾਹਿਬਾਨ ਤੋਂ ਲੈ ਕੇ ਤੁਸੀਂ ਦੇਖੋ ਸੂਫੀਆਂ ਦੀ, ਔਰ ਸਾਡਾ ਲੋਕ ਸੰਗੀਤ ਹੈ, ਲੋਕ ਸਾਹਿਤ ਹੈ, ਉਹਦੀ ਸਾਡੇ ਕੋਲ ਵਾਰ ਸਾਹਿਤ ਹੈ ਸਾਡੇ ਕੋਲ। ਮੈਨੂੰ ਲੱਗਦਾ ਹੈ ਕਿ ਕਿਸੇ ਵੀ ਭਾਸ਼ਾ ਨਾਲੋਂ, ਦੁਨੀਆ ਦੀ ਕਿਸੇ ਵੀ ਭਾਸ਼ਾ ਨਾਲੋਂ ਅਸੀਂ ਘੱਟ ਨਹੀਂ ਹਾਂ। ਔਰ ਜੇ ਕਿਸੇ ਵੀ ਦੁਨੀਆ ਦੇ ਮੁਲਕ ਨੇ ਤਰੱਕੀ ਕੀਤੀ ਹੈ, ਉਹ ਆਪਣੀ ਜ਼ੁਬਾਨ ਦੇ ਸਹਾਰੇ। ਜਿਹੜੀ ਮੈਨੂੰ ਲੱਗਦਾ ਹੈ ਕਿ ਸਾਨੂੰ ਦੱਸਣ ਦੀ ਲੋੜ ਹੈ ਕਿ ਅੱਜ ਇੰਗਲੈਂਡ ਦੇਖ ਲਓ, ਅੱਜ ਅਮਰੀਕਾ ਦੇਖ ਲਓ, ਫਰਾਂਸ ਦੇਖ ਲਓ, ਜਾਪਾਨ ਦੇਖ ਲਓ, ਚੀਨ ਦੇਖ ਲਓ, ਇਹ ਜਿੰਨੇ ਵੀ ਮੁਲਕਾਂ ਦੇ ਮੈਂ ਨਾਂ ਲਏ ਨੇ, ਇਹ ਤਾਂ ਹੀ ਤਰੱਕੀ ਕਰ ਸਕੇ ਨੇ ਕਿਉਂਕਿ ਇਹਨਾਂ ਨੇ ਆਪਣੀ ਜ਼ੁਬਾਨ ਨੂੰ, ਆਪਣੇ ਸੱਭਿਆਚਾਰ ਨੂੰ ਦੀਆਂ ਤਰੱਕੀਆਂ ਦੇ ਲਈ ਕੰਮ ਕੀਤਾ ਹੈ, ਉਹਨਾਂ ਨੂੰ ਛੱਡਿਆ ਨਹੀਂ ਹੈ, ਦੂਸਰੇ ਦੀ ਭਾਸ਼ਾ ਨਹੀਂ ਅਪਣਾਈ। ਇਹ ਲੋਕ ਤਾਂ ਹੀ ਤਰੱਕੀ, ਅੱਜ ਅਸੀਂ ਇਹਨਾਂ ਦਾ ਨਾਂ ਲੈਂਦੇ ਹਾਂ, ਅੱਜ ਦੁਨੀਆ ਇਹਨਾਂ ਦਾ ਨਾਂ ਲੈਂਦੀ ਹੈ। ਅੱਜ ਚੀਨ ਜਿਹੜਾ ਹੈਗਾ ਦੁਨੀਆ ਦੇ ਉੱਤੇ ਉਹਦੀ ਆਰਥਿਕਤਾ ਛਾਈ ਹੋਈ ਹੈ, ਔਰ ਜਾਪਾਨ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਆਪਾਂ ਕਹਿੰਦੇ ਹਾਂ ਕਿ ਸ਼ਾਇਦ ਤਕਨੀਕ ਜਿਹੜੀ ਹੈਗੀ ਹੈ ਆਪਣੀ ਭਾਸ਼ਾ 'ਚ ਅੰਗਰੇਜ਼ੀ ਦੇ ਵਿੱਚ ਹੀ ਆਉਂਦੀ ਹੈ, ਉਹਨਾਂ ਨੇ ਆਪਣੀ ਭਾਸ਼ਾ, ਜਾਪਾਨੀ ਭਾਸ਼ਾ ਦੇ ਵਿੱਚ ਤਕਨੀਕ ਦੇ ਪੱਧਰ ਤੇ ਪੂਰੀ ਦੁਨੀਆ ਦੇ ਵਿੱਚ ਆਪਣੇ ਝੰਡੇ ਗੱਡੇ ਨੇ, ਝੰਡੇ ਬੁਲੰਦ ਕੀਤੇ ਨੇ। ਸੋ ਇਸ ਕਰਕੇ ਸਾਨੂੰ ਇਹਨਾਂ ਤੋਂ ਸਿੱਖਣ ਦੀ ਲੋੜ ਹੈ। ਅਸੀਂ ਆਪਣੀ ਜ਼ੁਬਾਨ ਨੂੰ ਛੱਡ ਕੇ ਨਹੀਂ, ਸਗੋਂ ਆਪਣੀ ਜ਼ੁਬਾਨ ਨੂੰ ਅਪਣਾ ਕੇ ਹੀ ਤਰੱਕੀ ਕਰ ਸਕਦੇ ਹਾਂ। ਡਾਕਟਰ ਸਾਹਿਬ, ਬੜੀ ਹਾਸੋਹੀਣੀ ਇੱਕ ਗੱਲ ਮੈਂ ਇੱਥੇ ਜ਼ਰੂਰ ਕਰਨੀ ਚਾਹੂੰਗਾ। ਨੇਪਾਲ, ਬਿਹਾਰ, ਯੂਪੀ ਤੋਂ ਜਦੋਂ ਵੀ ਕੋਈ ਇੱਧਰ ਲੇਬਰ ਆਉਂਦੀ ਹੈਗੀ, ਮਜ਼ਦੂਰ ਆਉਂਦੇ ਹੈਗੇ ਆ ਔਰ ਸਾਡੇ ਪਿੰਡਾਂ ਤੱਕ ਪਹੁੰਚ ਕਰਦੇ ਆ, ਅਸੀਂ ਉਹਨਾਂ ਨੂੰ ਆਪਣੀ ਜ਼ੁਬਾਨ ਸਿਖਾਉਣ ਦੀ ਬਜਾਏ ਉਹਨਾਂ ਦੀ ਜ਼ੁਬਾਨ 'ਚ ਗੱਲ ਕਰਨੀ ਜ਼ਿਆਦਾ ਸ਼ੁਰੂ ਕਰਦੇ ਹਾਂ, ਔਰ ਮਾਣ ਮਹਿਸੂਸ ਕਰਦੇ ਹਾਂ ਕਿ ਦੇਖੋ ਤਾਂ ਸਾਨੂੰ ਤੁਹਾਡੀ ਭਾਸ਼ਾ ਬਹੁਤ ਅੱਛੀ ਤਰ੍ਹਾਂ ਆਉਂਦੀ ਹੈ। ਬਿਲਕੁਲ ਬਿਲਕੁਲ। ਤੇ ਇਹ ਬੜਾ ਮਾੜਾ ਰੁਝਾਨ ਹੈ, ਕਾਫੀ ਲੰਬੇ ਅਰਸੇ ਤੋਂ ਪੰਜਾਬ 'ਚ ਵੇਖਣ ਨੂੰ ਨਜ਼ਰ ਆ ਰਿਹਾ, ਔਰ ਕਾਫੀ ਕੁਝ ਵਿਗਾੜ ਵੀ ਆਇਆ ਇਸ ਜ਼ਬਾਨ ਕਰਕੇ। ਇਸੇ ਕਰਕੇ ਹੀ ਮੈਨੂੰ ਲੱਗਦਾ ਕਿ ਅਸੀਂ ਆਪਣੀ, ਜਦੋਂ ਸਾਡੇ 'ਚ ਇੱਕ ਇਹ ਤਬਦੀਲੀ ਆਈ ਕਿ ਅਸੀਂ ਆਪਣੀ ਭਾਸ਼ਾ ਦੀ ਬਜਾਏ ਅਸੀਂ ਦੂਜੀਆਂ ਭਾਸ਼ਾਵਾਂ ਨੂੰ ਅਪਣਾਈਏ, ਇਹ ਹੋਣੀ ਚਾਹੀਦੀ ਸੀ। ਮੈਂ ਕਹਿੰਦਾ ਕਿ ਸਾਨੂੰ ਮੈਂ ਦੂਸਰੀਆਂ ਜ਼ੁਬਾਨਾਂ ਦੇ ਬਰਖਲਾਫ ਨਹੀਂ ਹਾਂ, ਸਾਨੂੰ ਵੱਧ ਤੋਂ ਵੱਧ ਭਾਸ਼ਾਵਾਂ ਹੋਣੀਆਂ ਚਾਹੀਦੀਆਂ ਨੇ, ਪਰ ਆਪਣੀ ਮਾਂ ਬੋਲੀ ਨੂੰ ਮਤਲਬ ਛਿੱਕੇ ਟੰਗ ਕੇ, ਆਪਣੀ ਮਾਂ ਬੋਲੀ ਨੂੰ ਛੱਡ ਕੇ ਅਸੀਂ ਦੂਸਰੀਆਂ ਜ਼ੁਬਾਨਾਂ ਜਦੋਂ ਸਿੱਖਦੇ ਹਾਂ ਜਾਂ ਦੂਸਰੀਆਂ ਜ਼ੁਬਾਨਾਂ ਨੂੰ ਪਿਆਰ ਕਰਨ ਲੱਗਦੇ ਹਾਂ ਤਾਂ ਉੱਥੇ ਸਮੱਸਿਆ ਪੈਦਾ ਹੁੰਦੀ ਹੈ। ਸੋ ਸਾਨੂੰ ਆਪਣੀ ਜ਼ੁਬਾਨ ਨੂੰ ਪਹਿਲਾਂ ਨੰਬਰ 1 ਤੇ ਸਾਡੀ ਮਾਂ ਬੋਲੀ ਹੋਣੀ ਚਾਹੀਦੀ ਹੈ, ਦੂਸਰੇ ਤੇ ਚਾਹੇ ਤੁਸੀਂ ਅੰਗਰੇਜ਼ੀ ਸਿੱਖੋ, ਫ੍ਰੈਂਚ ਸਿੱਖੋ, ਹਿੰਦੀ ਸਿੱਖੋ, ਨੇਪਾਲੀ ਸਿੱਖੋ। ਉਹਦੇ 'ਚ ਬਹੁਤ ਅੱਛੀ ਗੱਲ ਹੈ ਕਿ ਜਿੰਨੀਆਂ ਜ਼ੁਬਾਨਾਂ ਵੱਧ ਸਿੱਖਾਂਗੇ ਅਸੀਂ, ਉਹਨਾਂ ਸਾਡਾ ਜਿਹੜਾ ਮਾਈਂਡ ਹੈ, ਉਹਨਾਂ ਸਾਡਾ ਜਿਹੜਾ ਦਿਮਾਗ ਹੈ ਉਹ ਵੱਧ ਕੰਮ ਕਰੇਗਾ, ਵੱਧ ਉਹ ਤਾਕਤਵਰ ਹੋਏਗਾ। ਪਰ ਆਪਣੀ ਜ਼ੁਬਾਨ ਨੂੰ ਭੁੱਲ ਕੇ ਜਿਹੜਾ ਹੈਗਾ, ਕੋਈ ਵੀ ਦੁਨੀਆ ਦੇ ਵਿੱਚ ਕੋਈ ਵੀ ਮੁਲਕ, ਕੋਈ ਵੀ ਇਨਸਾਨ, ਕੋਈ ਵੀ ਦੇਸ਼ ਜਿਹੜਾ ਹੈਗਾ, ਕੋਈ ਵੀ ਖਿੱਤਾ ਉਹ ਤਰੱਕੀ ਨਹੀਂ ਕਰ ਸਕਿਆ ਅੱਜ ਤੱਕ। ਮੈਂ ਤਾਂ ਕਦੇ ਕਿਸੇ ਨੂੰ ਜਾਣਦਾ ਨਹੀਂ ਜਿਹੜਾ ਆਪਣੀ ਜ਼ੁਬਾਨ ਨੂੰ ਛੱਡ ਕੇ ਕੋਈ ਤਰੱਕੀ, ਬਹੁਤ ਉੱਚੀਆਂ ਬੁਲੰਦੀਆਂ 'ਤੇ ਪਹੁੰਚ ਗਿਆ ਹੋਵੇ। ਇਸ ਲਈ ਮੈਨੂੰ ਲੱਗਦਾ ਹੈ ਕਿ ਸਾਨੂੰ ਆਪਣੀ ਜ਼ੁਬਾਨ ਨੂੰ ਪਹਿਲਾਂ ਸਥਾਨ ਔਰ ਦੂਸਰੀਆਂ ਜ਼ੁਬਾਨਾਂ ਨੂੰ ਨਾਲ ਜਿਹੜਾ ਹੈਗਾ ਰੱਖਣ ਦੀ ਵੀ ਲੋੜ ਹੁੰਦੀ ਹੈ। ਪੰਜਾਬ ਦੇ ਵਿੱਚ ਇੱਕ ਵਰਗ ਉਹ ਬੈਠਾ ਜਿਹੜਾ ਪੰਜਾਬੀ ਨੂੰ ਜਾਹਿਲਾਂ ਦੀ ਜ਼ੁਬਾਨ ਕਹਿੰਦਾ ਹੈ, ਕੀ ਕਹੋਗੇ ਇਸ ਬਾਰੇ? ਮੈਂ ਇਸੇ ਕਰਕੇ ਤੁਸੀਂ ਦੇਖੋਗੇ, ਮੈਂ ਫਿਰ ਇੱਥੇ ਸਿਆਸਤ ਦੀ ਗੱਲ ਕਰਾਂਗਾ ਕਿ ਜਦੋਂ ਮਹਾਰਾਜਾ ਅਮਰਿੰਦਰ ਸਿੰਘ ਜੀ ਸਾਡੇ ਮੁੱਖ ਮੰਤਰੀ ਬਣਦੇ ਨੇ ਪੰਜਾਬ ਦੇ, ਤਾਂ ਉਹ ਜਿਹੜੀ ਸਹੁੰ ਚੁੱਕ ਸਮਾਗਮ ਹੁੰਦਾ ਹੈ ਔਰ ਉਸ ਸਮਾਗਮ ਦੇ ਵਿੱਚ ਸਾਡੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਅੰਗਰੇਜ਼ੀ ਦੇ ਵਿੱਚ ਸਹੁੰ ਚੁੱਕਦੇ ਆ, ਤਾਂ ਇੱਥੋਂ ਸਾਨੂੰ ਲੱਗਦਾ ਹੈ ਕਿ ਇਹ ਇੱਕ ਜਿਹੜੀ ਮੈਨੂੰ ਲੱਗਦਾ ਇੱਕ ਐਸੀ ਪੀੜ੍ਹੀ ਹੈ, ਇੱਕ ਐਸੀ ਜਿਹੜੀ ਤੁਸੀਂ ਕਿਹਾ ਕਿ ਐਸੀ ਜਮਾਤ ਹੈ ਜਿਹੜੀ ਆਪਣੀ ਜ਼ੁਬਾਨ ਤੋਂ ਪਰੇ ਜਾ ਰਹੀ ਹੈ। ਔਰ ਤੁਸੀਂ ਕੱਲਾ ਮੈਂ ਕਾਂਗਰਸ ਦੀ ਗੱਲ ਨਹੀਂ ਕਰ ਰਿਹਾ, ਅਕਾਲੀ ਦਲ, ਬੀਜੇਪੀ ਦੀ ਗੱਲ ਲਾ ਲਓ, ਸਾਰੇ ਸਿਆਸਤਦਾਨ ਵੀ। ਤੁਸੀਂ ਅੱਜ SGPC ਦੇ ਜਿੰਨੇ ਸਕੂਲ ਨੇ, ਕਾਲਜਸ ਨੇ, ਉੱਥੇ ਵੀ ਮਤਲਬ ਪੰਜਾਬੀ ਨੂੰ ਉਹ ਰੁਤਬਾ ਨਹੀਂ ਮਿਲ ਰਿਹਾ ਜਿਹੜਾ ਉਹਨਾਂ ਦੇ ਮੰਗ ਕੀਤੀ ਸੀ। ਮੇਰੀ ਮੁਰਾਦ ਹੈ ਕਿ ਅਕਾਲੀਆਂ ਨੇ ਕਿਸੇ ਵੇਲੇ 1965 ਤੋਂ ਤੱਕ
ਬਹੁਤ ਵੱਡੇ ਸੰਘਰਸ਼ਾਂ ਦੇ ਰਾਹੀਂ ਪੰਜਾਬੀ ਸੂਬੇ ਦੇ ਨਾਂ ਦੇ ਉੱਤੇ ਸੰਘਰਸ਼ ਲੜੇ ਸੀ। ਜੀ ਬਿਲਕੁਲ। ਉਹਨਾਂ ਨੂੰ ਲੱਗਦਾ ਸੀਗਾ ਕਿ ਅਸੀਂ ਪੰਜਾਬੀ ਜ਼ੁਬਾਨ ਨੂੰ ਜੇ ਅਸੀਂ ਬਚਾਉਣਾ ਹੈ ਤਾਂ ਅਸੀਂ ਬਚਾਵਾਂਗੇ, ਔਰ ਸੂਬੇ ਦੀ ਮੰਗ ਕੀਤੀ ਸੀ ਉਹਨਾਂ ਨੇ। ਪੰਜਾਬੀ ਸੂਬਾ ਜਿਹੜਾ ਸੀਗਾ ਬਹੁਤ ਵੱਡਾ ਸੰਘਰਸ਼ ਚੱਲਿਆ ਸੀਗਾ। ਅੱਜ ਉਹੀ ਅਕਾਲੀ ਦਲ ਮਤਲਬ ਨਾਰਾ ਕੀ ਦੇ ਰਿਹਾ ਹੈ ਕਿ ਪ੍ਰਾਊਡ ਟੂ ਬੀ ਅਕਾਲੀ, ਬਿਲਕੁਲ ਅੰਗਰੇਜ਼ੀ ਦੇ ਵਿੱਚ ਨਾਰਾ ਦੇ ਰਿਹਾ ਪ੍ਰਾਊਡ ਟੂ ਬੀ ਅਕਾਲੀ। ਬਿਲਕੁਲ। ਸੋ ਇਸ ਕਰਕੇ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਇੱਕ ਐਸੀ ਜਿਹੜੀ ਜਮਾਤ ਹੈ ਜਿਹੜੀ ਪੰਜਾਬੀ ਦੇ ਵਿਰੋਧ ਵਿੱਚ ਖੜੀ ਹੈ, ਕਿਉਂਕਿ ਆਮ ਲੋਕ, ਆਮ ਪੰਜਾਬੀ ਜਿਹੜੇ ਨੇ ਉਹ ਤਾਂ ਬੋਲਣਾ ਚਾਹੁੰਦੇ ਨੇ, ਉਹ ਸਿੱਖਣਾ ਚਾਹੁੰਦੇ ਨੇ ਪੰਜਾਬੀ ਭਾਸ਼ਾ, ਉਹ ਪੰਜਾਬੀ ਨਾਲ ਜੁੜਨਾ ਚਾਹੁੰਦੇ ਨੇ, ਪਰ ਜਿਹੜੀ ਜਮਾਤ ਹੈਗੀ ਹੈ ਇਹਨਾਂ ਕਰਕੇ ਜਿਹੜੀ ਹੈਗੀ ਹੈ ਅੱਜ ਸਕੂਲਾਂ ਦੇ ਵਿੱਚ, ਕਾਲਜਾਂ, ਕਿਉਂਕਿ ਸੱਤਾ ਇਹਨਾਂ ਕੋਲੇ ਹੈ, ਸੱਤਾ ਇਸ ਜਮਾਤ ਕੋਲੇ ਹੈ। ਇਹੀ ਜਿਹੜੀ ਸੱਤਾਧਾਰੀ ਜਮਾਤ ਹੈ ਇਹ ਨੀਚੇ ਆਪਣਾ ਸੱਭਿਆਚਾਰ, ਪੰਜਾਬੀ ਜ਼ੁਬਾਨ, ਪੰਜਾਬੀ ਨੂੰ ਪ੍ਰਫੁੱਲਤ ਕਰਨ ਦੇ ਵਿੱਚ ਜਿਹੜਾ ਹੈਗਾ ਰੋਲ ਜੋ ਇਹਨਾਂ ਦਾ ਬਣਦਾ ਸੀਗਾ ਉਹ ਆਪਣਾ ਰੋਲ ਭੁਲਾ ਚੁੱਕੀ ਹੈ। ਇਸ ਕਰਕੇ ਪੰਜਾਬੀ ਦੀ ਹਾਲਤ ਇੱਥੋਂ ਤੱਕ ਪਹੁੰਚੀ ਹੈ। ਡਾਕਟਰ ਸਾਹਿਬ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਾਂ ਕਰਕੇ, ਔਰ ਤੁਸੀਂ ਸਾਡੇ ਲਈ ਇੰਨਾ ਜਿਹੜਾ ਸਮਾਂ ਹੈ ਉਹ ਕੱਢਿਆ। ਅਗਾਂਹ ਵੀ ਅਸੀਂ ਕੋਸ਼ਿਸ਼ ਇਹੀ ਕਰਦੇ ਰਹਾਂਗੇ ਕਿ ਹੋਰ ਜਿਹੜੇ ਅਗਲੇ ਸਾਡੇ ਜਿਹੜੇ ਇਹ ਪੜਾਅ ਸਾਡਾ ਜਿਹੜਾ ਚੱਲਦਾ ਪਿਆ ਹੈਗਾ, ਆਉਣ ਵਾਲੀਆਂ ਅਗਲੀਆਂ ਕਿਸ਼ਤਾਂ ਦੇ ਵਿੱਚ ਵੀ ਯਾਦ ਕਰਾਂਗੇ, ਆਪ ਜੀ ਦੇ ਨਾਲ ਗੱਲਾਂ ਬਾਤਾਂ ਸਾਡੀਆਂ ਹੋਣਗੀਆਂ ਮਾਂ ਬੋਲੀ ਪੰਜਾਬੀ ਦੇ ਬਾਰੇ ਵਿੱਚ। ਕਿਸੇ ਸ਼ਾਇਰ ਨੇ ਬਹੁਤ ਸੋਹਣਾ ਲਿਖਿਆ ਹੈ ਕਿ ਤੇਰੀ ਮਾਂ ਬੋਲੀ ਏ ਬੀਬਾ, ਨਾ ਪੈਰਾਂ ਹੇਠਾਂ ਰੋਲ ਪੰਜਾਬੀ, ਲਿਖ ਪੰਜਾਬੀ, ਪੜ੍ਹ ਪੰਜਾਬੀ, ਗੈਰਤਮੰਦਾ ਬੋਲ ਪੰਜਾਬੀ। ਪੰਜਾਬੀ ਦੇ ਇਸ ਮੁੱਦੇ ਦੇ ਬਾਰੇ ਇਹ ਸਨ ਡਾਕਟਰ ਭੀਮਿੰਦਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ, ਜਿਨ੍ਹਾਂ ਨੂੰ ਤੁਹਾਡੇ ਅੱਜ ਰੂਬਰੂ ਕਰਾਇਆ ਗਿਆ ਤੇ ਉਹਨਾਂ ਨੇ ਮਾਂ ਬੋਲੀ ਪੰਜਾਬੀ ਔਰ ਜੋ ਅੱਜ ਸਥਿਤੀਆਂ ਬਣੀਆਂ ਹੋਈਆਂ ਨੇ ਉਹਦੇ ਬਾਰੇ ਗੱਲਬਾਤ ਕੀਤੀ। ਅਗਾਂਹ ਵੀ ਇਸੇ ਤਰ੍ਹਾਂ ਹੀ ਅਸੀਂ ਹੋਰ ਸ਼ਖਸੀਅਤਾਂ ਜਿਹੜੀਆਂ ਮਾਂ ਬੋਲੀ ਪੰਜਾਬੀ ਲਈ, ਸਾਹਿਤ ਲਈ ਕੰਮ ਕਰ ਰਹੀਆਂ ਨੇ, ਇਸ ਪ੍ਰੋਗਰਾਮ ਦੇ ਜ਼ਰੀਏ ਤੁਹਾਡੇ ਰੂਬਰੂ ਅਸੀਂ ਕਰਾਉਂਦੇ ਰਵਾਂਗੇ। ਕਿਸ ਤਰ੍ਹਾਂ ਦਾ ਲੱਗਿਆ ਪ੍ਰੋਗਰਾਮ ਇਹ ਸਾਨੂੰ ਤੁਸੀਂ ਜ਼ਰੂਰ ਲਿਖਣਾ ਹੈ, ਸਾਨੂੰ ਈਮੇਲ ਭੇਜਣੀ ਹੈਗੀ ਆ। ਤੇ ਡਾਕਟਰ ਸਾਹਿਬ ਅੰਤ ਵਿੱਚ ਆਪਾਂ ਰਲ ਮਿਲ ਸਭ ਨੂੰ ਫਤਿਹ ਬੁਲਾਈਏ। ਸਤਿ ਸ਼੍ਰੀ ਅਕਾਲ।